ਸਤਿ ਸ਼੍ਰੀ ਅਕਾਲ ਫਰੈਂਡ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GKN ਪੰਜਾਬੀ 'ਚ। ਅੱਜ ਆਪਾਂ ਤੁਹਾਡੇ ਲਈ ਇੰਡੀਅਨ ਪੋਲਿਟੀ ਦੀ ਦੂਜੀ ਕਲਾਸ ਲੈ ਕੇ ਆਏ ਹਾਂ। ਇੱਕ ਕਲਾਸ ਆਪਾਂ ਪਹਿਲਾਂ ਕਰਾ ਦਿੱਤੀ ਹੋਈ ਆ, ਸੋ ਕਰਵਾਉਣੀ ਤਾਂ ਇਹ ਪਹਿਲਾਂ ਚਾਹੀਦੀ ਸੀ, ਬਟ ਕਿਸੇ ਕਾਰਨ ਕਰਕੇ ਇਹਨੂੰ ਮੈਂ ਦੂਸਰੇ ਨੰਬਰ ਦੇ ਉੱਤੇ ਲੈ ਕੇ ਆਇਆ ਵਾਂ। ਬਟ ਇਹ ਸਭ ਤੋਂ ਇੰਪੋਰਟੈਂਟ ਕਲਾਸ ਬਣਦੀ ਆ, ਕਿਉਂਕਿ ਜਿਹੜਾ ਆਪਣੇ ਭਾਰਤੀ ਸੰਵਿਧਾਨ ਦਾ ਇਤਿਹਾਸਕ ਪਿਛੋਕੜ ਆ ਵੀ ਕਿੱਦਾਂ ਆਪਣੇ ਭਾਰਤੀ ਸੰਵਿਧਾਨ ਦਾ ਹੌਲੀ ਹੌਲੀ ਕਰਕੇ ਮਾਡਰਨਾਈਜੇਸ਼ਨ ਹੋਇਆ, ਕਿੱਦਾਂ ਆਪਣੇ ਸੰਵਿਧਾਨ ਦਾ ਵਿਕਾਸ ਹੋਇਆ, ਕਿੱਦਾਂ ਆਪਾਂ ਕਿਸ ਤਰ੍ਹਾਂ ਅੰਗਰੇਜ਼ ਜਦੋਂ ਹੌਲੀ ਹੌਲੀ ਕਰਕੇ ਆਪਣੇ ਸੰਵਿਧਾਨ ਦੇ, ਕਿਉਂਕਿ ਆਪਣਾ ਜ਼ਿਆਦਾਤਰ ਸੋਰਸ ਜਿਹੜਾ ਅੰਗਰੇਜ਼ਾਂ ਦਾ ਜਿਹੜਾ 1935 ਗਵਰਨਮੈਂਟ ਆਫ ਐਕਟ ਸੀਗਾ ਉਹਦੇ ਤੋਂ ਹੀ ਲਿਆ ਗਿਆ। ਕਾਫੀ ਚੀਜ਼ਾਂ ਜਿਹੜੀਆਂ ਆਪਣੀਆਂ ਅੰਗਰੇਜ਼ਾਂ ਦੇ ਐਕਟ ਤੋਂ, ਬ੍ਰਿਟੇਨ ਤੋਂ ਹੀ ਲਈਆਂ ਹੋਈਆਂ ਨੇ। ਸੋ ਆਪਾਂ ਇਹਨੂੰ ਬਹੁਤ ਚੰਗੀ ਤਰ੍ਹਾਂ ਕਰਾਂਗੇ। ਇਹਦੇ ਵਿੱਚੋਂ ਵੀ ਬਹੁਤ ਕੁਐਸਚਨ ਬਣ ਸਕਦੇ ਨੇ ਆਪਣੇ, ਸੋ ਜਿਹੜੇ ਆਪਣੇ ਕਿ ਇਹ ਇੱਕ ਕਲਾਸ ਦੇ ਵਿੱਚ ਹੀ ਪੂਰੇ ਹੋ ਜਾਣਗੇ। ਸੋ ਆਪਣਾ ਦੂਜੀ ਕਲਾਸ ਆਈ ਆਪਣੀ ਭਾਰਤੀ ਸੰਵਿਧਾਨ ਦਾ ਇਤਿਹਾਸਕ ਪਿਛੋਕੜ, ਜਿਹੜੇ ਕਿ 1773 ਤੋਂ ਲੈ ਕੇ 1935 ਤੱਕ ਹੋਊਗੇ। ਠੀਕ ਹੈ ਜੀ। ਸੋ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਆਪਣੀ ਕਲਾਸ। ਸੋ ਆਪਣਾ ਪਹਿਲਾ ਪੁਆਇੰਟ ਆ ਗਿਆ ਜੀ, ਭਾਰਤ ਵਿੱਚ ਸੰਵਿਧਾਨਕ ਵਿਕਾਸ ਜਿਹੜਾ ਹੋਇਆ, ਜਿਹੜਾ ਕਨਸਟੀਟਿਊਸ਼ਨਲ ਡਿਵੈਲਪਮੈਂਟਸ ਹੋਈਆਂ ਨੇ ਇੰਡੀਆ ਦੇ ਵਿੱਚ। ਉਹਦੇ ਵਿੱਚ ਹੁਣ ਪਹਿਲਾਂ ਤਾਂ ਸੀਗਾ ਜੀ ਈਸਟ ਇੰਡੀਆ ਕੰਪਨੀ ਦਾ ਰੂਲ। 1773 ਤੋਂ ਲੈ ਕੇ 1858 ਤੱਕ ਈਸਟ ਇੰਡੀਆ ਕੰਪਨੀ ਦਾ ਰੂਲ ਸੀਗਾ। ਉਸ ਤੋਂ ਬਾਅਦ ਜੀ ਅਗਰ ਆਪਾਂ ਗੱਲ ਕਰੀਏ, ਉਸ ਤੋਂ ਬਾਅਦ ਇੱਕ ਨਾ ਬ੍ਰਿਟਿਸ਼ ਕਰਾਊਨ ਆਇਆ ਸੀ। ਉਸ ਤੋਂ ਬਾਅਦ ਜਿਹੜਾ ਬ੍ਰਿਟਿਸ਼ ਕਰਾਊਨ ਸੀਗਾ ਉਹਨੇ ਈਸਟ ਇੰਡੀਆ ਕੰਪਨੀ ਨੂੰ ਅਬੋਲਿਸ਼ ਕਰਤਾ ਸੀਗਾ। ਸੋ ਉਹ ਆਪਾਂ 1758 ਤੋਂ ਬਾਅਦ ਕਰਾਂਗੇ, ਜਿਹੜਾ ਕਿ 1947 ਤੱਕ ਰਿਹਾ। ਪਹਿਲਾਂ ਆਪਾਂ ਕੰਪਨੀ ਦੇ ਰੂਲ ਦੇ ਵਿੱਚ ਦੇਖਦੇ ਹਾਂ ਕਿ ਕਿਹੜੇ ਕਿਹੜੇ ਐਕਟ ਸੀ। ਹੁਣ ਕੰਪਨੀ ਦੇ ਵਿੱਚ ਰੈਗੂਲੇਟਿੰਗ ਐਕਟ ਆਇਆ ਸੀ 73 'ਚ, ਪਿਟਸ ਐਕਟ ਆਇਆ ਸੀਗਾ 84 'ਚ, 93 'ਚ ਆਇਆ ਸੀ ਚਾਰਟਰ ਐਕਟ, 1813 ਦੇ ਵਿੱਚ ਚਾਰਟਰ ਐਕਟ। ਇਹਨਾਂ ਸਾਰੇ ਐਕਟ ਜੋ ਵੀ ਆਏ ਸੀ 1853 ਤੱਕ। ਸੋ ਆਪਾਂ ਸਾਰੇ ਬੜੇ ਡਿਟੇਲ ਦੇ ਵਿੱਚ ਕਰਾਂਗੇ। ਅੱਗੇ ਆਪਾਂ ਜੋ ਮੈਂ ਤੁਹਾਨੂੰ ਦੱਸਿਆ ਸੀਗਾ ਕਰਾਊਨ ਰੂਲ ਆਇਆ ਸੀ, ਠੀਕ ਹੈ ਜੀ। ਕਰਾਊਨ ਰੂਲ ਦੇ ਵਿੱਚ ਆਪਣਾ ਜੋ ਸੀਗਾ ਕਿ 1857 ਈਸਵੀ ਦਾ ਜਦੋਂ ਵਿਦਰੋਹ ਹੋਇਆ ਸੀ, ਉਸ ਤੋਂ ਬਾਅਦ ਇਹ ਰੂਲ ਸਟਾਰਟ ਹੋਇਆ ਸੀ 1858 ਤੋਂ। ਠੀਕ ਆ ਜੀ। ਇਹ ਵੀ ਆਪਾਂ ਬਹੁਤ ਚੰਗੀ ਤਰ੍ਹਾਂ ਨਾਲ ਕਰਾਂਗੇ। ਗੌਰਮੈਂਟ ਆਫ ਇੰਡੀਆ ਐਕਟ ਇਹਦੇ ਵਿੱਚ ਜਦੋਂ ਇੰਟਰੋਡਿਊਸ ਹੋਇਆ ਸੀ 1858 ਦੇ ਵਿੱਚ, ਜਿਹਦੇ ਵਿੱਚ ਕਿ ਵਾਇਸਰੋਏ ਬਣ ਗਿਆ ਸੀਗਾ ਆਪਣਾ ਜੋ ਗਵਰਨਰ ਜਨਰਲ ਸੀਗਾ। ਇੰਡੀਅਨ ਕੌਂਸਲ ਐਕਟ 92 ਦਾ, 9 ਦਾ, 19 ਦਾ, 35 ਦਾ। ਸੋ ਸਾਰਾ ਆਪਾਂ ਡਿਟੇਲ ਦੇ ਵਿੱਚ ਕਰਾਂਗੇ। ਸੋ ਸੰਖੇਪ ਵਿੱਚ ਹੁਣ ਆਪਾਂ ਕਰਨ ਲੱਗੇ ਹਾਂ ਜੀ ਪਹਿਲਾਂ ਕੰਪਨੀ ਦਾ ਰੂਲ, ਜਦੋਂ 1773 ਤੋਂ ਲੈ ਕੇ 58 ਤੱਕ ਜਿਹੜੇ ਰੂਲ ਸੀਗਾ। ਹੁਣ ਦੇਖੋ ਜੀ, ਆਪਣਾ ਈਸਟ ਇੰਡੀਆ ਕੰਪਨੀ ਤੁਹਾਨੂੰ ਸਾਰਿਆਂ ਨੂੰ ਪਤਾ ਬਹੁਤ ਚੰਗੀ ਤਰ੍ਹਾਂ ਕਿ ਈਸਟ ਇੰਡੀਆ ਕੰਪਨੀ ਜਿਹੜੀ ਸੀਗੀ 1600 ਈਸਵੀ ਦੇ ਵਿੱਚ ਆ ਗਈ ਸੀਗੀ ਆਪਣੇ ਇੱਥੇ। ਠੀਕ ਆ ਜੀ। ਸੋ ਇਹਨਾਂ ਨੇ ਤੁਸੀਂ ਦੇਖੋ ਇਹਦਾ 173 ਸਾਲ ਹੋ ਗਏ। 173 ਸਾਲ ਤੱਕ ਇਹਨਾਂ ਨੇ ਆਪਦਾ ਰਾਜ ਇਸ ਤਰ੍ਹਾਂ ਨਾਲ ਐਸਟੈਬਲਿਸ਼ ਕਰ ਲਿਆ ਸੀ ਕਿ ਇਹਨਾਂ ਨੇ ਰੈਗੂਲੇਟਿੰਗ ਐਕਟ ਵਗੈਰਾ ਬਣਾਉਣ ਲੱਗ ਗਏ ਸੀ। ਹੌਲੀ ਹੌਲੀ ਇਹ ਭਾਰਤ ਦੇ ਉੱਤੇ ਕਬਜ਼ਾ ਜਮਾਉਣ ਲੱਗ ਗਏ ਸੀ। ਸੋ ਪਹਿਲਾ ਐਕਟ ਇਹ ਲੈ ਕੇ ਆਏ ਜੀ ਰੈਗੂਲੇਟਿੰਗ ਐਕਟ 1773 ਦੇ ਵਿੱਚ। ਹੁਣ ਜੀ ਬ੍ਰਿਟਿਸ਼ ਸਰਕਾਰ ਦੁਆਰਾ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਮਾਮਲਿਆਂ ਨੂੰ ਕੰਟਰੋਲ, ਰੈਗੂਲੇਟ ਅਤੇ ਨਿਯੰਤਰਣ ਕਰਨ ਲਈ ਚੁੱਕਿਆ ਗਿਆ ਪਹਿਲਾ ਕਦਮ ਸੀਗਾ ਇਹ। ਬ੍ਰਿਟਿਸ਼ ਸਰਕਾਰ ਨੇ ਕਦਮ ਚੁੱਕਿਆ ਸੀ ਕਿ ਈਸਟ ਇੰਡੀਆ ਦੇ ਕੰਪਨੀ ਨੂੰ ਕੰਟਰੋਲ ਵੀ ਕਰਨਾ ਅਤੇ ਰੈਗੂਲੇਟ ਵੀ ਕਰਨਾ। ਉਹਦੇ ਲਈ ਬ੍ਰਿਟਿਸ਼ ਸਰਕਾਰ ਇਹ ਲੈ ਕੇ ਆਈ ਸੀਗੀ ਐਕਟ। ਸੋ ਕੰਪਨੀ ਦੇ ਰਾਜਨੀਤਿਕ ਅਤੇ ਪ੍ਰਬੰਧਕ, ਪੋਲੀਟੀਕਲ ਅਤੇ ਐਡਮਿਨਿਸਟ੍ਰੇਟਿਵ ਕਾਰਜਾਂ ਨੂੰ ਪਹਿਲੀ ਵਾਰ ਮਾਨਤਾ ਮਿਲੀ ਕਿ ਕੰਪਨੀ ਇੱਥੇ ਆਪਣਾ ਰਾਜਨੀਤਿਕ ਵੀ ਕਰ ਸਕਦਾ ਵਾ ਕੰਮ ਅਤੇ ਪ੍ਰਬੰਧਕ ਵੀ ਕਾਰਜ ਕਰ ਸਕਦਾ ਇਹਦੇ ਵਿੱਚ। ਠੀਕ ਹੈ ਜੀ। ਪਹਿਲੀ ਵਾਰ ਮਿਲੀ ਮਾਨਤਾ। ਨੈਕਸਟ ਆਪਾਂ ਕਰਾਂਗੇ, ਇਸ ਨੇ ਭਾਰਤ ਵਿੱਚ ਕੇਂਦਰੀ ਪ੍ਰਸ਼ਾਸਨ, ਸੈਂਟਰਲ ਐਡਮਿਨਿਸਟ੍ਰੇਸ਼ਨ ਦੀ ਨੀਂਹ ਰੱਖੀ। ਬੰਗਾਲ ਦੇ ਜਿਹੜਾ ਗਵਰਨਰ ਸੀਗਾ ਉਸ ਟਾਈਮ ਦੇ ਉੱਤੇ, ਬੰਗਾਲ ਦੇ ਗਵਰਨਰ ਨੂੰ ਬੰਗਾਲ ਦਾ ਗਵਰਨਰ ਜਨਰਲ ਜਿਹੜਾ ਕਿ ਫੋਰਟ ਵਿਲੀਅਮ ਦੇ ਵਿੱਚ ਨਿਯੁਕਤ ਕੀਤਾ ਗਿਆ ਸੀ। ਪਹਿਲਾ ਗਵਰਨਰ ਜਨਰਲ ਕੌਣ ਸੀਗਾ? ਆਪਣਾ ਲਾਰਡ ਵਾਰਨ ਹੇਸਟਿੰਗ। ਸੋ ਆਪਣਾ ਜਿਹੜਾ ਪਹਿਲਾਂ ਬੰਗਾਲ ਦਾ ਗਵਰਨਰ ਸੀਗਾ, ਪਹਿਲਾ ਗਵਰਨਰ ਉਹ ਸੀਗਾ ਆਪਣਾ ਲਾਰਡ ਕਲਾਈਵ। ਠੀਕ ਆ ਜੀ। ਜੋ ਮੈਂ ਪਹਿਲਾਂ ਤੁਹਾਨੂੰ ਕਰਵਾ ਚੁੱਕਿਆ ਵਾਂ, ਜੋ ਕਿ ਹਿਸਟਰੀ ਦੀ ਕਲਾਸ ਦੇ ਵਿੱਚ ਪੂਰਾ। ਫਿਰ ਵੀ ਮੈਂ ਤੁਹਾਨੂੰ ਦੱਸ ਦੇਣਾ ਕਿ ਬੰਗਾਲ ਦਾ ਜਿਹੜਾ ਪਹਿਲਾ ਗਵਰਨਰ ਕੌਣ ਸੀਗਾ? ਲਾਰਡ ਕਲਾਈਵ। ਨੈਕਸਟ ਚੱਲਾਂਗੇ ਜੀ ਆਪਾਂ ਬੰਬਈ ਤੇ ਮਦਰਾਸ। ਬੰਬਈ ਅਤੇ ਮਦਰਾਸ ਦੇ ਗਵਰਨਰ ਜਨਰਲ ਦੇ ਅਧੀਨ ਹੋਏ। ਬੰਬਈ ਤੇ ਮਦਰਾਸ ਗਵਰਨਰ ਜਨਰਲ ਦੇ ਅਧੀਨ ਹੋ ਗਏ। ਠੀਕ ਆ ਜੀ। ਵਾਰਨ ਹੇਸਟਿੰਗ ਸੀਗਾ ਜੋ। ਤੋ ਗਵਰਨਰ ਜਨਰਲ ਦੀ ਸਹਾਇਤਾ ਲਈ 4 ਮੈਂਬਰਾਂ ਦੀ ਕਾਰਜਕਾਲੀ ਕੌਂਸਲ ਬਣਾਈ ਇਹਨਾਂ ਨੇ। ਠੀਕ ਆ ਜੀ। ਇਹਦੀ ਮਦਦ ਕਰਨ ਲਈ, ਸਹਾਇਤਾ ਲਈ ਬ੍ਰਿਟਿਸ਼ ਵੱਲੋਂ। ਸੋ 73 ਦੇ ਵਿੱਚ 1773, ਇਹ ਬਹੁਤ ਇੰਪੋਰਟੈਂਟ ਬਣਦਾ ਕਿ ਸੁਪਰੀਮ ਕੋਰਟ ਦੀ ਸਥਾਪਨਾ ਕਦੋਂ ਹੋਈ ਸੀ? 1773 'ਚ ਹੋਈ ਸੀ, ਜਿਹਦੇ ਵਿੱਚ ਇੱਕ ਚੀਫ ਜਸਟਿਸ ਸੀਗਾ ਅਤੇ 3 ਦੂਜੇ ਜੱਜ ਸੀਗੇ। ਠੀਕ ਆ। ਤੇ ਸੁਪਰੀਮ ਕੋਰਟ ਦੀ ਜੋ ਸਥਾਪਨਾ ਹੋਈ ਸੀ ਉਹਦੇ ਵਿੱਚ ਲਾਰਡ ਇੰਪੇ, ਇਹ ਵੀ ਕੁਐਸਚਨ ਬਣ ਜਾਂਦਾ ਕਿ ਸੁਪਰੀਮ ਕੋਰਟ ਦਾ ਪਹਿਲਾ ਚੀਫ ਜਸਟਿਸ ਕੌਣ ਸੀਗਾ? 1773 ਜਦੋਂ ਸਥਾਪਨਾ ਹੋਈ ਸੀ, ਲਾਰਡ ਇੰਪੇ ਪਹਿਲੇ ਚੀਫ ਜਸਟਿਸ ਸੀਗੇ ਇਹ। ਅਦਾਲਤ ਜਿਹੜੀ ਸੀਗੀ ਨਾ ਉਹ ਜੂਰੀ ਦੀ ਮਦਦ ਦੇ ਨਾਲ ਕੇਸਾਂ ਦੀ ਸੁਣਵਾਈ ਕਰਦੀ ਹੁੰਦੀ ਸੀ। ਜੂਰੀ ਹੁੰਦੀ ਸੀ ਜਿਹਦੇ ਵਿੱਚ ਕੁਝ ਮੈਂਬਰ ਹੁੰਦੇ ਸੀਗੇ ਜੋ ਕਿ ਆਪਦੀ ਵਧੀਆ ਫੀਲਡ ਦੇ ਵਿੱਚ ਮਹਾਰਤ ਹਾਸਲ ਹੁੰਦੀ ਸੀ। ਉਹਨਾਂ ਦੀ ਮਦਦ ਦੇ ਨਾਲ ਵੋਟਿੰਗ ਰਾਈਟ ਹੁੰਦੇ ਸੀ। ਉਸ ਤੋਂ ਬਾਅਦ ਉਹ ਆਪਦਾ ਕੋਈ ਵੀ ਡਿਸੀਜਨ ਲੈਂਦੀ ਹੁੰਦੀ ਸੀ। ਠੀਕ ਆ ਜੀ। ਅੱਗੇ ਆਪਾਂ ਕਰਾਂਗੇ ਹੁਣ ਪਿਟਸ ਐਕਟ। ਪਿਟਸ ਦੇ ਵਿੱਚ ਉਹ ਕਹਿੰਦਾ ਜੀ ਕੰਪਨੀ ਦੇ ਰਾਜਨੀਤਿਕ ਵਪਾਰਕ ਕਾਰਜਾਂ ਦੀ ਹੱਦਬੰਦੀ ਕੀਤੀ ਗਈ ਇਹਨਾਂ ਦੀ, ਕਿ ਰਾਜਨੀਤਿਕ ਤੇ ਵਪਾਰਕ ਕਾਰਜ ਕਿੱਥੇ ਕਿੱਥੇ ਤੱਕ ਕਿਸ ਤਰ੍ਹਾਂ ਨਾਲ ਕਰ ਸਕਦਾ, ਉਹਦੀ ਹੱਦਬੰਦੀ ਕੀਤੀ। ਕਿਉਂਕਿ ਜੋ 73 ਦੇ ਵਿੱਚ ਲੈ ਕੇ ਆਏ ਸੀ, ਸੋ ਈਸਟ ਇੰਡੀਆ ਕੰਪਨੀ ਨੇ ਜ਼ਿਆਦਾ ਉਹਨੂੰ ਸੀਰੀਅਸ ਨਹੀਂ ਲਿਆ ਸੀ ਐਕਟ ਨੂੰ। ਸੋ ਬ੍ਰਿਟਿਸ਼ ਵਾਲੇ ਕਹਿੰਦੇ ਵੀ ਆਪਾਂ ਇਹਦੇ ਦੀ ਇੱਕ ਹੱਦਬੰਦੀ ਜੀ ਕਰਤੀ ਵੀ ਤੁਸੀਂ ਇਹੀ ਕਰ ਸਕਦੇ ਹੋ। ਹੁਣ ਉਹ ਕਹਿੰਦਾ ਵਪਾਰਕ ਮਾਮਲੇ ਜਿਹੜੇ ਨਿਰਦੇਸ਼ਕਾਂ ਦੀ ਅਦਾਲਤ ਦੁਆਰਾ ਪ੍ਰਬੰਧਿਤ ਕੀਤੇ ਜਾਣਗੇ। ਨਿਰਦੇਸ਼ਕਾਂ ਦੀ ਅਦਾਲਤ ਕਰੇਗੀ
ਜਿਹੜੀ ਸਿਆਸੀ ਮਾਮਲਿਆਂ ਦਾ ਪ੍ਰਬੰਧ ਉਹ ਨਵੇਂ ਬੋਰਡ ਆਫ ਕੰਟਰੋਲ ਜਿਹੜਾ ਨਿਯੁਕਤ ਕੀਤਾ ਸੀਗਾ ਉਹ ਕਰੇਗੀ। ਠੀਕ ਹੈ ਜੀ, ਸਿਆਸੀ ਮਾਮਲੇ ਉਹ ਤੇ ਵਪਾਰਕ ਮਾਮਲੇ ਦੂਸਰੇ। ਪਹਿਲੀ ਵਾਰ ਭਾਰਤ ਵਿੱਚ ਕੰਪਨੀ ਦੇ ਖੇਤਰ ਨੂੰ ਭਾਰਤ ਵਿੱਚ ਬ੍ਰਿਟਿਸ਼ ਸੰਮਤੀ ਕਿਹਾ ਗਿਆ। ਜਾਣੀ ਕਿ ਕੰਪਨੀ ਪਹਿਲਾਂ ਈਸਟ ਇੰਡੀਆ ਕੰਪਨੀ ਦਾ ਖੇਤਰ ਜਿਹੜਾ ਸੀਗਾ ਉਹਦੇ ਵਿੱਚ ਪਹਿਲੀ ਵਾਰੀ ਜਿਹੜਾ ਇਹ ਐਕਟ ਆਇਆ ਸੀ 84 ਦੇ ਵਿੱਚ, ਉਹਦੇ ਵਿੱਚ ਉਹ ਕਹਿੰਦੇ ਜੀ ਬ੍ਰਿਟਿਸ਼ ਸੰਪਤੀ ਕਹਿਣ ਲੱਗਾ ਵੀ ਹੁਣ ਬ੍ਰਿਟਿਸ਼ ਹੌਲੀ ਹੌਲੀ ਵੱਧ ਰਿਹਾ ਵਾ, ਜੋ ਕਿ ਕੰਪਨੀ ਦੇ ਹੌਲੀ ਹੌਲੀ ਅਧਿਕਾਰ ਜਿਹੜੇ ਸੀ ਉਹ ਖਤਮ ਕਰ ਰਿਹਾ, ਘੱਟ ਕਰ ਰਿਹਾ ਸੀ, ਖਤਮ ਨਹੀਂ ਕਰ ਸਕਦੇ ਆਪਾਂ, ਘੱਟ ਕਰ ਰਿਹਾ ਸੀਗਾ ਹੌਲੀ ਹੌਲੀ ਕਰਕੇ। ਸੋ ਬ੍ਰਿਟਿਸ਼ ਸਰਕਾਰ ਨੂੰ ਕੰਪਨੀ ਦੇ ਮਾਮਲਿਆਂ ਤੇ ਪ੍ਰਸ਼ਾਸਨ ਤੇ ਪੂਰਾ ਕੰਟਰੋਲ ਮਿਲ ਗਿਆ। ਠੀਕ ਹੈ ਜੀ, ਹੁਣ ਕੰਪਨੀ ਦੇ ਮਾਮਲੇ ਉੱਤੇ ਪੂਰਾ ਕੰਟਰੋਲ ਕਰਨ ਲੱਗ ਗਏ ਹੌਲੀ ਹੌਲੀ ਕਰਕੇ, ਥੋੜੀ ਕਰਕੇ। ਨੈਕਸਟ ਆਪਾਂ ਚੱਲਦੇ ਹਾਂ ਜੀ, ਚਾਰਟਰ ਐਕਟ ਜਦੋਂ 1793 ਚ ਆਇਆ ਇਹ। ਕੰਪਨੀ ਦੇ ਵਿਸ਼ੇਸ਼ ਅਧਿਕਾਰ 20 ਸਾਲਾਂ ਤੱਕ ਵਧਾਏ ਗਏ। ਲਓ ਜੀ 20 ਸਾਲ ਦੇ ਇਹਨਾਂ ਨੇ ਲੈ ਕੇ ਆਏ ਕਿ 20 ਸਾਲ ਦੇ ਅਸੀਂ ਲੈ ਕੇ ਆਵਾਂਗੇ, ਜਿਵੇਂ 20 ਸਾਲਾਂ ਦੇ ਵਿੱਚ ਕੰਪਨੀ ਦਾ ਅਧਿਕਾਰ ਵਧਾਏ ਗਏ ਵੀ ਉਸ ਤੋਂ ਬਾਅਦ ਜੋ ਵੀ ਅਮੈਂਡਮੈਂਟ ਹੋਊਗੀ, ਜੋ ਵੀ ਨਵਾਂ ਐਕਟ ਲੈ ਕੇ ਆਉਣਾ ਉਹਦੇ ਲਈ 20 ਸਾਲ ਦਿੱਤੇ ਗਏ ਉਹਨਾਂ ਨੇ। ਹੁਣ ਜੀ ਗਵਰਨਰ ਜਨਰਲ ਨੂੰ ਓਵਰਰਾਈਡ ਕਰਨ ਦੀ ਸ਼ਕਤੀ ਅਗਲੇ ਸਾਰੇ ਗਵਰਨਰ ਜਨਰਲਾਂ ਅਤੇ ਰਾਜਪਾਲਾਂ ਨੂੰ ਦਿੱਤੀ ਇਹਨਾਂ ਨੇ। ਸਾਰੇ ਮੈਂਬਰਾਂ ਦੀ ਤਨਖਾਹ ਆ ਦੇਖੋ ਜੀ, ਜਿੰਨੇ ਵੀ ਮੈਂਬਰ ਸੀਗੇ ਨਾ ਇਹਦੇ ਵਿੱਚ, ਜੋ ਆਪਣੇ ਐਗਜ਼ੀਕਿਊਟਿਵ ਮੈਂਬਰ ਸੀਗੇ ਜਾਂ ਜੋ ਵੀ ਮੈਂਬਰ ਸੀਗੇ ਗਵਰਨਰ ਜਨਰਲ ਸੀ, ਉਹਨਾਂ ਦੀ ਸਾਰਿਆਂ ਦੀ ਜੋ ਸੈਲਰੀ ਸੀ ਉਹ ਭਾਰਤੀ ਮਾਲੀਆ ਤੋਂ ਦਿੱਤੀ ਜਾਂਦੀ ਸੀ। ਈਸਟ ਇੰਡੀਆ ਕੰਪਨੀ ਨੂੰ ਭਾਰਤ ਤੋਂ ਚੀਨ ਨੂੰ ਅਫੀਮ ਭੇਜਣ ਦੀ ਇਜਾਜ਼ਤ ਦਿੱਤੀ ਕਿ ਤੁਸੀਂ ਭਾਰਤ ਤੋਂ ਚੀਨ ਅਫੀਮ ਦਾ ਕਾਰੋਬਾਰ ਕਰ ਸਕਦੇ ਹੋ। ਠੀਕ ਹੈ ਜੀ, ਹੁਣ ਈਸਟ ਇੰਡੀਆ ਕੰਪਨੀ ਦੇ ਭਾਰਤ ਅਧਿਕਾਰੀਆਂ ਨੂੰ ਭਾਰਤ ਤੋਂ ਬਾਹਰ ਵਪਾਰ ਕਰਨ ਲਈ ਦਿੱਤੇ ਗਏ ਦੇਸ਼ ਦੇ ਵਿਸ਼ੇਸ਼ ਅਧਿਕਾਰ। ਹੁਣ ਇਸ ਐਕਟ ਦੇ ਵਿੱਚ ਇਹੀ ਸੀ ਕਿ ਕੀ ਕਰ ਸਕਦੇ ਨੇ ਇਹ, ਜਿੱਦਾਂ ਕਿ ਈਸਟ ਇੰਡੀਆ ਕੰਪਨੀ ਨੂੰ ਕਹਿੰਦਾ ਵੀ ਤੁਸੀਂ ਭਾਰਤ ਤੋਂ ਚੀਨ ਅਫੀਮ ਵੇਚ ਸਕਦੇ ਹੋ, ਜਾਂ ਹੋਰ ਥੋੜ੍ਹੇ ਬਹੁਤ ਅਧਿਕਾਰ ਦਿੱਤੇ, ਉਹਨਾਂ ਆਪਾਂ ਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਗੀ। ਸੋ ਅੱਗੇ ਚੱਲਾਂਗੇ ਆਪਾਂ। ਚਾਰਟਰ ਐਕਟ ਜੋ ਸੀਗਾ ਆਪਣਾ 1813 ਚ ਆਇਆ ਸੀ ਜੀ। ਇਹਦੇ ਵਿੱਚ ਕੁਛ ਬਾਹਲਾ ਜ਼ਿਆਦਾ ਨਹੀਂ ਸੀ, ਇਹਦੇ ਵਿੱਚ ਬਸ ਇੱਦਾਂ ਸੀ ਕਿ ਸਾਹਿਤ ਅਤੇ ਵਿਗਿਆਨ ਦੀ ਸਿੱਖਿਆ ਤੇ ਸੁਧਾਰਾਂ ਲਈ ਸਾਲਾਨਾ 1 ਲੱਖ ਰੁਪਈਆ ਅਲਾਟ ਕੀਤਾ ਗਿਆ ਸੀ। ਹੁਣ ਸਾਹਿਤ ਤੇ ਵਿਗਿਆਨ ਦੀ ਸਿੱਖਿਆ ਲਈ ਇੱਕ ਈਸਾਈ ਮਿਸ਼ਨਰੀ ਜਿਹੜੇ ਸੀਗੇ ਉਹਨਾਂ ਨੂੰ ਭਾਰਤ ਵਿੱਚ ਆਪਦੇ ਧਰਮ ਦਾ ਪ੍ਰਚਾਰ ਕਰਨ ਦੀ ਇਜਾਜ਼ਤ ਮਿਲ ਗਈ ਸੀ। ਅਗਲਾ ਐਕਟ ਆਪਣਾ ਆ ਗਿਆ ਚਾਰਟਰ ਐਕਟ 1833। ਇਹ ਵੀ ਇੰਪੋਰਟੈਂਟ, ਇਹ ਸਭ ਤੋਂ ਇੰਪੋਰਟੈਂਟ ਐਕਟ ਬਣਦਾ ਵਾ ਕਿਉਂਕਿ ਇਹਦੇ ਵਿੱਚੋਂ ਕੁਐਸਚਨ ਪੁੱਟ ਹੁੰਦਾ। ਠੀਕ ਹੈ ਜੀ, ਹੁਣ ਆਪਾਂ ਨੂੰ ਕੁਐਸਚਨ ਬਣੂਗਾ ਕਿ ਜਿਹੜਾ ਭਾਰਤ ਦਾ ਗਵਰਨਰ ਜਨਰਲ ਉਹ ਪਹਿਲਾ ਭਾਰਤ ਦਾ ਗਵਰਨਰ ਜਨਰਲ ਕੌਣ ਸੀਗਾ? ਇਹ ਸੀਗਾ ਲਾਰਡ ਵਿਲੀਅਮ ਬੈਂਟਿੰਗ। ਸੋ ਪਹਿਲਾਂ ਸੀਗਾ ਬੰਗਾਲ ਦਾ ਗਵਰਨਰ ਜਨਰਲ ਜੋ ਕਿ ਵਾਰਨ ਹੇਸਟਿੰਗ ਸੀਗਾ ਪਹਿਲਾ। ਠੀਕ ਹੈ ਜੀ, ਹੁਣ ਬੰਗਾਲ ਦਾ ਗਵਰਨਰ ਜਨਰਲ ਸੀਗਾ ਵਾਰਨ ਹੇਸਟਿੰਗ। ਹੁਣ ਉਸ ਤੋਂ ਬਾਅਦ ਇਹ ਜਿਹੜਾ ਅਹੁਦਾ ਸੀਗਾ ਨਾ, ਜਿਹੜਾ ਇਹ ਪੋਸਟ ਸੀਗੀ ਕਿ ਬੰਗਾਲ ਦਾ ਜਿਹੜਾ ਗਵਰਨਰ ਜਨਰਲ ਆ ਉਹਨੂੰ ਭਾਰਤ ਦਾ ਗਵਰਨਰ ਜਨਰਲ ਨਿਯੁਕਤ ਕਰ ਦਿੱਤਾ ਗਿਆ। ਠੀਕ ਹੈ ਜੀ, ਸੋ ਪਹਿਲਾ ਭਾਰਤ ਦਾ ਗਵਰਨਰ ਜਨਰਲ ਕੌਣ ਸੀਗਾ ਜੀ? ਆਪਣਾ ਵਿਲੀਅਮ ਬੈਂਟਿੰਗ। ਅੱਗੇ ਚੱਲਦੇ ਆਪਾਂ। ਗਵਰਨਰ ਜਨਰਲ ਨੂੰ ਸਿਵਲ ਅਤੇ ਮਿਲਟਰੀ ਮਾਮਲਿਆਂ ਤੇ ਪੂਰਾ ਕੰਟਰੋਲ ਮਿਲ ਗਿਆ। ਹੁਣ ਦੇਖੋ ਜੀ, ਹੁਣ ਜਿਹੜਾ ਗਵਰਨਰ ਜਨਰਲ ਸੀਗਾ ਨਾ, ਇਹਨੂੰ ਸਿਵਲ ਮਾਮਲਿਆਂ ਦੇ ਵਿੱਚ ਵੀ ਇਹ ਸਾਰਾ ਕੁਝ ਕਰਦਾ ਹੁੰਦਾ ਸੀ, ਮਿਲਟਰੀ ਮਾਮਲਿਆਂ 'ਚ ਵੀ ਫੈਸਲੇ ਇਹੀ ਲੈਂਦਾ ਹੁੰਦਾ ਸੀ। ਹੁਣ ਕਾਨੂੰਨ ਕਮਿਸ਼ਨ ਬਣਾਇਆ ਇਹਨਾਂ ਨੇ ਜੀ, ਲਾਅ ਕਮਿਸ਼ਨ 1834 'ਚ ਇਹਨਾਂ ਨੇ ਇੱਕ ਲਾਅ ਕਮਿਸ਼ਨ ਬਣਾਇਆ। TV ਮੈਕਾਲੇ ਸੀਗੇ ਜਿਹੜੇ ਇਹਦੇ ਪਹਿਲੇ ਕਾਨੂੰਨ ਮੈਂਬਰ ਸੀ ਤੇ ਪਹਿਲੇ ਕਾਨੂੰਨ ਕਮਿਸ਼ਨਰ ਵੀ ਇਹੀ ਬਣੇ ਸੀ। ਸੋ ਇੱਥੇ ਹੁੰਦਾ ਵਾ ਆਪਣਾ ਕਿ 1833 ਦੇ ਐਕਟ ਦੇ ਵਿੱਚ ਜਿਹੜਾ ਬੰਗਾਲ ਦਾ ਗਵਰਨਰ ਜਨਰਲ ਸੀਗਾ ਉਹਨੂੰ ਭਾਰਤ ਦਾ ਗਵਰਨਰ ਜਨਰਲ ਨਿਯੁਕਤ ਕਰ ਦਿੱਤਾ। ਸੋ ਮੇਨ ਕੁਐਸਚਨ ਇਹੀ ਬਣੇਗਾ, ਇਹਦੇ ਵਿੱਚ ਹੋਰ ਕੁਝ ਨਹੀਂ ਬਣਦਾ। ਸੋ ਅੱਗੇ ਚੱਲਦੇ ਹਾਂ ਜੀ ਆਪਾਂ। ਹੁਣ ਜੀ ਈਸਟ ਇੰਡੀਆ ਕੰਪਨੀ ਵਪਾਰਕ ਗਤੀਵਿਧੀਆਂ ਤੇ ਆਪਣਾ ਇੱਕ ਅਧਿਕਾਰ ਖਤਮ ਕਰਦਾ। ਹੁਣ ਵਪਾਰਕ ਦੇ ਉੱਤੇ ਈਸਟ ਇੰਡੀਆ ਕੰਪਨੀ ਨੂੰ ਬਾਹਰ ਕਰਤਾ ਇਹਨਾਂ ਨੇ। ਠੀਕ ਹੈ ਜੀ, ਵੀ ਤੁਸੀਂ ਵਪਾਰਕ ਕੰਮ ਨਹੀਂ ਕਰ ਸਕਦੇਗੇ। ਇਸ ਐਕਟ ਨੇ ਸਿਵਲ ਸੇਵਾਵਾਂ ਲਈ ਖੁੱਲ੍ਹਾ, ਜਿਹੜੇ ਕਿ ਸਿਵਲ ਸਰਵਿਸਿਜ਼ ਹੁੰਦੇ ਉਹਦੇ ਲਈ ਖੁੱਲ੍ਹਾ ਮੁਕਾਬਲਾ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰ ਇਹ ਅਸਫਲ ਰਹੀ। ਜਾਣੀ ਕਿ ਇਹਨਾਂ ਨੇ ਕਿਹਾ ਵੀ ਇੱਕ ਪਹਿਲਾਂ ਜੋ ਹੁੰਦਾ ਸੀਗਾ, ਪਹਿਲਾਂ ਕੋਈ ਇਹਦੀ ਰਿਕਰੂਟਮੈਂਟ ਨਹੀਂ ਸੀ ਹੁੰਦੀ, ਜਿਹੜੇ ਕੰਪਨੀ ਦੇ ਪ੍ਰਤੀਨਿਧੀ ਆਉਂਦੇ ਸੀ ਉਹ ਲੰਡਨ ਤੋਂ ਹੀ ਆਉਂਦੇ ਹੁੰਦੇ ਸੀ, ਨੋਮੀਨੇਟ ਹੋ ਕੇ ਆਉਂਦੇ ਹੁੰਦੇ ਸੀਗੇ। ਬਟ ਜਦੋਂ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਇੱਕ ਖੁੱਲ੍ਹਾ ਮੁਕਾਬਲਾ ਕੀਤਾ ਜਾਵੇ, ਜਿਹੜੇ ਕੰਪਨੀ ਦੇ ਜੋ ਵੀ ਐਗਜ਼ੀਕਿਊਟਿਵ ਮੈਂਬਰਸ ਜਾਂ ਜੋ ਵੀ ਮੈਂਬਰਸ ਹੋਣਗੇ ਉਹ ਕਿੱਦਾਂ, ਉਹਦੇ ਲਈ ਉਹਨਾਂ ਨੇ ਖੁੱਲ੍ਹਾ ਮੁਕਾਬਲਾ, ਬਟ ਇਹ ਕਾਮਯਾਬ ਨਹੀਂ ਰਿਹਾ। ਉਸ ਤੋਂ ਬਾਅਦ ਇਹ ਆਇਆ ਚਾਰਟਰ ਐਕਟ 1853 ਦਾ। ਇਹ ਵੀ ਇਹਦੇ ਲਈ ਕਹਿੰਦਾ ਬੰਗਾਲ ਲਈ ਇਹਨਾਂ ਨੇ ਇੱਕ ਵੱਖਰਾ ਗਵਰਨਰ ਲਾਤਾ ਵੀ ਬੰਗਾਲ ਦਾ ਕਾਰਜਕਾਰ ਉਹ ਦੇਖੂਗਾ। ਪਹਿਲੀ ਵਾਰ ਗਵਰਨਰ ਜਨਰਲ ਦੀ ਕੌਂਸਲ ਦੇ ਲੈਜਿਸਲੇਚਰ ਐਂਡ ਐਗਜ਼ੀਕਿਊਟਿਵ ਫੰਕਸ਼ਨ। ਠੀਕ ਹੈ ਜੀ, ਵਿਧਾਨ ਸਭਾ ਤੇ ਕਾਰਜਕਾਰੀ ਕਾਰਜਾਂ ਨੂੰ ਵੱਖ ਕੀਤਾ। ਗਵਰਨਰ ਜਨਰਲ ਦੀ ਕੌਂਸਲ ਸਿਵਲ ਸੇਵਾਵਾਂ ਆ ਦੇਖੋ ਜੀ, ਹੁਣ 53 ਦੇ ਵਿੱਚ, ਉਸ ਤੋਂ 20 ਸਾਲ ਬਾਅਦ, ਉਦੋਂ ਦਾ ਸਫਲ ਰਹੇ ਸੀ ਬਟ 20 ਸਾਲ ਬਾਅਦ ਇਹਨਾਂ ਨੇ ਸਿਵਲ ਸੇਵਾ ਇੰਟਰੋਡਿਊਸ ਕਰਤੀ। ਸਿਵਲ ਸੇਵਾ ਦਾ ਮਤਲਬ ਇੱਦਾਂ ਨਹੀਂ ਸੀ ਕਿ ਉਹ ਆਪਣੇ ਇੱਥੇ ਇੰਡੀਆ ਦੇ ਵਿੱਚ ਇੰਟਰੋਡਿਊਸ ਕੀਤੀ ਸੀ। ਜੋ ਵੀ ਬੰਦਾ ਜੋ ਇਹਨਾਂ ਦੇ ਬ੍ਰਿਟਿਸ਼ ਰਾਜ ਦੇ ਵਿੱਚ ਜਾ ਕੇ, ਬ੍ਰਿਟਿਸ਼ ਦੇ ਵਿੱਚ ਉਹਦੇ ਵਿੱਚ ਲੰਡਨ ਦੇ ਵਿੱਚ ਜਾ ਕੇ ਜੋ ਬੰਦਾ ਉਹਦੇ ਵਿੱਚ ਸਿਵਲ ਸੇਵਾ ਦਾ ਐਗਜ਼ਾਮ ਕਰੈਕ ਕਰਦਾ ਸੀ ਉਹਨੂੰ ਮਿਲਦੀ ਹੁੰਦੀ ਸੀਗੀ ਉਹ ਪੋਸਟ। ਸੋ ਵਾਰਨ ਹੇਸਟਿੰਗ ਨੇ ਸਿਵਲ ਸਰਵਿਸਿਜ਼ ਦੀ ਨੀਂਹ ਰੱਖੀ ਸੀ। ਚਾਰਲਸ ਕਾਰਨਵੈਲਿਸ ਹੁਣ ਆ ਗਿਆ ਜੀ ਸਾਡੇ ਕੋਲ। ਚਾਰਲਸ ਕਾਰਨਵੈਲਿਸ ਜਿਹੜਾ ਸੀ ਇਹਨੇ ਸੁਧਾਰਿਆ ਤੇ ਆਧੁਨਿਕ ਬਣਾਇਆ। ਇਸ ਲਈ ਚਾਰਲਸ ਕਾਰਨਵਾਲਿਸ ਨੂੰ ਭਾਰਤ ਵਿੱਚ ਆ ਦੇਖੋ ਜੀ, ਹੁਣ ਭਾਰਤ 'ਚ ਜਿਹੜੀ ਸਿਵਲ ਸੇਵਾ ਸ਼ੁਰੂ ਹੋਈ ਸੀ ਨਾ, ਉਹਦੇ ਲਈ ਭਾਰਤ ਵਿੱਚ ਸਿਵਲ ਸੇਵਾਵਾਂ ਦਾ ਪਿਤਾਮਾ ਕਿਹਾ ਜਾਂਦਾ ਸੀ। ਇਹ ਕੁਐਸਚਨ ਹੁਣੇ PPSC ਦਾ ਐਨਾਲਿਸਟ ਦਾ ਐਗਜ਼ਾਮ ਹੋਇਆ ਸੀ, ਉਹਦੇ ਵਿੱਚ ਇਹ ਕੁਐਸਚਨ ਆਇਆ ਸੀ। ਠੀਕ ਹੈ ਜੀ, ਲਾਰਡ ਕਾਰਨਵਾਲਿਸ, ਚਾਰਲਸ ਕਾਰਨਵਾਲਿਸ। ਸੋ ਅਗਰ ਆਪਾਂ ਫਾਊਂਡੇਸ਼ਨ ਕਿਹਨੇ ਰੱਖੀ ਸੀ, ਉਹ ਵਾਰਨ ਹੇਸਟਿੰਗ ਨੇ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਠੀਕ ਹੈ ਜੀ, ਬਟ ਇਹ ਅਗਰ ਆਪਾਂ ਇਹਨੂੰ ਸੁਧਾਰਿਆ ਜਾਂ ਆਧੁਨਿਕ ਬਣਾਇਆ, ਉਹ ਬਣਾਇਆ ਸੀ ਚਾਰਲਸ ਕਾਰਨਵਾਲਿਸ ਨੇ। ਠੀਕ ਹੈ, ਅੱਗੇ ਚੱਲਾਂਗੇ ਆਪਾਂ। ਹੁਣ ਆ ਗਿਆ ਸਾਡੇ ਕੋਲ ਕਰਾਊਨ ਰੂਲ। ਕਰਾਊਨ ਰੂਲ ਸਾਡੇ ਕੋਲ 1858 ਤੋਂ ਲੈ ਕੇ 47 ਤੱਕ ਹੋਇਆ ਸੀ, ਕਿਉਂਕਿ ਨਾ 1857 ਦੇ ਵਿਦਰੋਹ ਤੋਂ ਬਾਅਦ
ਇਹਨਾਂ ਨੇ ਜੋ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਅਬੋਲਿਸ਼ ਕਰਕੇ ਇਹਦੇ ਉੱਤੇ ਪੂਰਾ ਆਪਦਾ ਰਾਜ ਸਥਾਪਿਤ ਕਰ ਲਿਆ ਸੀ ਬ੍ਰਿਟਿਸ਼ ਕਰਾਊਨ ਨੇ। ਸੋ ਆਪਾਂ ਇਹਨੂੰ ਡਿਟੇਲ ਦੇ ਵਿੱਚ ਪੜ੍ਹਦੇ ਹਾਂ। ਜਿਹੜਾ ਭਾਰਤ ਸਰਕਾਰ ਐਕਟ ਆਇਆ ਸੀ 1858 'ਚ, ਇਹ ਵੀ ਇੰਪੋਰਟੈਂਟ ਐਕਟ ਬਣਦਾ। ਸੋ ਇਹਨੂੰ ਆਪਾਂ ਚੰਗੀ ਤਰ੍ਹਾਂ ਕਰਾਂਗੇ। ਇਹ 1857 ਦੇ ਸਿਪਾਹੀ ਵਿਦਰੋਹ ਤੋਂ ਬਾਅਦ ਵਿੱਚ ਹੋਂਦ 'ਚ ਆਇਆ ਪਹਿਲੀ ਗੱਲ ਤਾਂ, ਠੀਕ ਆ ਜੀ। ਹੁਣ ਆ ਗਿਆ ਜੀ ਈਸਟ ਇੰਡੀਆ ਕੰਪਨੀ ਨੂੰ ਖਤਮ ਕਰਤਾ ਇਹਨਾਂ ਨੇ, ਠੀਕ ਆ ਜੀ, ਜੋ ਮੈਂ ਤੁਹਾਨੂੰ ਦੱਸਿਆ ਕਿ ਅਬੋਲਿਸ਼ ਕਰਤਾ ਇਹਨਾਂ ਨੇ। ਤੇ ਬ੍ਰਿਟਿਸ਼ ਕਰਾਊਨ, ਜਿਹੜਾ ਬ੍ਰਿਟਿਸ਼ ਕਰਾਊਨ ਸੀਗਾ ਉਹ ਈਸਟ ਇੰਡੀਆ ਕੰਪਨੀ ਦੇ ਰੂਪ ਵਿੱਚ ਭਾਰਤ ਤੇ ਪ੍ਰਭੂਸੱਤਾ ਗ੍ਰਹਿਣ ਕੀਤੀ ਇਹਨਾਂ ਨੇ। ਸੋ ਇਹਨਾਂ ਨੇ ਆਪਦਾ ਕੰਮ ਕਰਨਾ ਸ਼ੁਰੂ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਇਹਨਾਂ ਨੇ। ਭਾਰਤ ਦੇ ਗਵਰਨਰ ਜਨਰਲ ਦਾ ਅਹੁਦਾ ਬਦਲ ਕੇ ਭਾਰਤ ਦਾ ਵਾਇਸਰੋਏ ਬਣਾਤਾ ਇਹਨਾਂ ਨੇ। ਲਓ ਜੀ, ਠੀਕ ਹੈ ਜੀ। ਹੁਣ ਆ ਵੀ ਬਹੁਤ ਇੰਪੋਰਟੈਂਟ ਆ, ਕਿਹੜੇ ਐਕਟ ਦੇ ਅਧੀਨ ਬਣਾਇਆ ਸੀ? 1858 ਐਕਟ ਦੇ ਵਿੱਚ, ਗਵਰਨਮੈਂਟ ਆਫ ਇੰਡੀਆ ਐਕਟ ਦਾ ਵਾਇਸਰੋਏ ਨਿਯੁਕਤ ਕਰਤਾ ਇਹਨਾਂ ਨੇ, ਠੀਕ ਹੈ ਜੀ, ਬ੍ਰਿਟਿਸ਼ ਨੇ। ਭਾਰਤ ਦਾ ਪਹਿਲਾ ਵਾਇਸਰੋਏ ਕੌਣ ਸੀਗਾ ਜੀ? ਲਾਰਡ ਕੈਨਿੰਗ। ਲਓ ਜੀ, ਆ ਇੱਕ ਹੋਰ ਕੁਐਸਚਨ ਬਣ ਗਿਆ ਸਾਡਾ। ਭਾਰਤ ਲਈ ਸੈਕਟਰੀ ਆਫ ਸਟੇਟ ਨਾਮਕ ਇੱਕ ਨਵਾਂ ਅਹੁਦਾ ਬਣਾਇਆ, ਠੀਕ ਹੈ ਜੀ, ਜਿਸ ਅਤੇ ਤਾਜ ਦੀਆਂ ਸ਼ਕਤੀਆਂ ਦੀ ਵਰਤੋਂ ਸਕੱਤਰ ਦੁਆਰਾ ਕੀਤੀ ਗਈ, ਠੀਕ ਹੈ ਜੀ। ਜੋ ਸੈਕਟਰੀ ਸੀ ਉਹ ਤਾਜ ਦੀਆਂ ਜਿਹੜੀਆਂ ਸ਼ਕਤੀਆਂ ਸੀਗੀਆਂ ਉਹਦੀ ਵਰਤੋਂ ਇਹ ਕਰਦਾ ਸੀਗਾ। ਸੋ ਭਾਰਤ ਲਈ ਰਾਜ ਸਕੱਤਰ ਕੈਬਨਿਟ ਦਾ ਮੈਂਬਰ ਹੁੰਦਾ ਸੀ ਅਤੇ ਬ੍ਰਿਟਿਸ਼ ਸੰਸਦ ਲਈ ਜ਼ਿੰਮੇਵਾਰ ਹੁੰਦਾ ਸੀ, ਠੀਕ ਹੈ ਜੀ। ਅੱਗੇ ਚੱਲਾਂਗੇ ਆਪਾਂ। ਭਾਰਤ ਜਾਣੀ ਕਿ ਬ੍ਰਿਟਿਸ਼ ਕਰਾਊਨ ਲਈ ਹੁੰਦਾ ਸੀਗਾ ਇਹ ਜ਼ਿੰਮੇਵਾਰ, ਜਾਣੀ ਕਿ ਰਿਸਪੌਂਸੀਬਲ, ਜਿੰਨਾ ਵੀ ਸਭ ਬ੍ਰਿਟਿਸ਼ ਕਰਾਊਨ ਲਈ ਉਹ ਸੀਗਾ ਰਿਸਪੌਂਸੀਬਲ। ਸੋ ਭਾਰਤ ਲਈ ਰਾਜ ਦੇ ਸਕੱਤਰ ਦੀ ਮਦਦ ਕੌਂਸਲ ਆਫ ਇੰਡੀਆ ਨਾਮ ਦੀ ਇੱਕ ਕੌਂਸਲ ਇਹਨਾਂ ਨੇ ਸਥਾਪਿਤ ਕੀਤੀ, ਠੀਕ ਆ ਜੀ। ਜੋ ਆਪਣਾ ਜੋ ਸੈਕਟਰੀ ਆਫ ਸਟੇਟ ਸੀਗਾ ਨਾ, ਇਹਦੀ ਮਦਦ ਲਈ ਕੌਂਸਲ ਆਫ ਇੰਡੀਆ ਨਾਮ ਦੀ ਇੱਕ ਕੌਂਸਲ ਚਲਾਈ ਇਹਨਾਂ ਨੇ। ਇਹਦੇ ਵਿੱਚ 15 ਮੈਂਬਰ ਸੀ। ਭਾਰਤ ਦੀ ਕੌਂਸਲ ਸਿਰਫ ਇੰਗਲੈਂਡ ਦੇ ਲੋਕਾਂ ਦੀ ਬਣੀ ਹੋਈ ਸੀ। ਹੁਣ ਦੇਖੋ ਜੀ, ਇਹਦੇ ਵਿੱਚ ਵੀ ਸਾਰੇ ਗੋਰੇ ਸੀਗੇ, ਇੰਡੀਆ ਦਾ ਕੋਈ ਨਹੀਂ ਸੀ। ਇਹਦੇ ਵਿੱਚ ਵੀ ਜਿਹੜੀ ਕੌਂਸਲ ਸੀਗੀ, ਕੌਂਸਲ ਆਫ ਇੰਡੀਆ ਸੀ, ਇਹਦੇ ਵਿੱਚ ਵੀ ਸਾਰੇ ਮੈਂਬਰ ਜੋ 15 ਦੇ 15 ਮੈਂਬਰ ਸੀ ਉਹ ਬ੍ਰਿਟਿਸ਼ ਈਸਟ ਇੰਡੀਆ ਦੇ ਸੀਗੇ, ਠੀਕ ਹੈ ਜੀ, ਬ੍ਰਿਟਿਸ਼ਰ ਦੇ, ਠੀਕ ਹੈ ਜੀ, ਇੰਗਲੈਂਡ ਦੇ। ਅੱਗੇ ਆ ਗਿਆ ਸਾਡੇ ਕੋਲ ਇੰਡੀਅਨ ਕੌਂਸਲ ਐਕਟ 1861। ਇਹਦੇ ਵਿੱਚ ਜ਼ਿਆਦਾ ਨਹੀਂ ਬਣੇਗਾ, 3-4 ਪੁਆਇੰਟ ਬਣਨਗੇ। ਸੋ ਕਾਰਜਕਾਰੀ ਜਿਹੜੀ ਕੌਂਸਲ ਸੀਗੀ ਆਪਣੀ, ਐਗਜ਼ੀਕਿਊਟਿਵ ਕੌਂਸਲ ਸੀਗੀ, ਉਹਦੀ 3 ਤੋਂ 4 ਕਰਤੀ ਇਹਨਾਂ ਨੇ। ਜਿਹੜਾ ਵਾਇਸਰੋਏ ਸੀਗਾ ਨੂੰ ਆਪਣੀਆਂ ਕੌਂਸਲ ਲਈ ਵਾਧੂ 6 ਤੋਂ 12 ਮੈਂਬਰ ਨਿਯੁਕਤ ਕਰਨ ਦਾ ਅਧਿਕਾਰ ਦੇ ਦਿੱਤਾ ਗਿਆ। ਹੁਣ ਇਹਦੇ ਵਿੱਚ ਨਾ 6 ਤੋਂ 12 ਇਹਨਾਂ ਨੇ ਕਹਿੰਦਾ ਵਾਇਸਰੋਏ ਆਪਦੀ ਕੌਂਸਲ ਦੇ ਵਿੱਚ 6 ਤੋਂ 12 ਬੰਦੇ ਕਰ ਸਕਦਾ ਨਿਯੁਕਤ। ਹੁਣ ਇਹਦੇ ਵਿੱਚ ਮੇਨ ਕੁਐਸਚਨ ਇਹੀ ਬਣਦਾ ਕਿ ਜਿਹੜੇ 12 ਬੰਦੇ ਸੀਗੇ ਉਹਦੇ ਵਿੱਚੋਂ ਉਹ ਕਹਿੰਦਾ ਜੀ ਭਾਰਤ ਦਾ ਵਾਇਸਰੋਏ 3 ਭਾਰਤੀਆਂ ਨੂੰ ਵਿਧਾਨ ਸਭਾ ਲਈ ਨਾਮਜ਼ਦ ਨੋਮੀਨੇਟ ਕਰੂਗਾ, ਠੀਕ ਹੈ ਜੀ, ਨੋਮੀਨੇਟ ਕਰ ਸਕਦਾ ਸੀ। ਸੋ ਪਹਿਲਾਂ ਸਭ ਤੋਂ ਪਹਿਲਾਂ 1862 ਚ ਲਾਰਡ ਕੈਨਿੰਗ ਨੇ, ਕਿਹੜੇ 3 ਭਾਰਤੀ ਸੀਗੇ ਜਿਹੜੇ ਸਭ ਤੋਂ ਪਹਿਲਾਂ ਵਿਧਾਨ ਪਰਿਸ਼ਦ ਲਈ ਨਾਮਜ਼ਦ ਹੋਏ ਸੀਗੇ? ਉਹ ਸੀਗੇ ਜੀ ਬਨਾਰਸ ਦੇ ਰਾਜਾ ਸੀ ਪਹਿਲੇ, 1 ਨੰਬਰ ਤੇ ਇਹ ਹੋ ਗਏ। 2 ਨੰਬਰ ਤੇ ਆ ਗਏ ਜੀ ਪਟਿਆਲਾ ਦੇ ਮਹਾਰਾਜਾ, ਤੀਜੇ ਸੀਗੇ ਸਰ ਦਿਨਕਰ ਰਾਓ। ਸੋ ਇਹ 3 ਨਾਮ ਤੁਸੀਂ ਯਾਦ ਕਰਨਾ, ਇੱਕ ਈਅਰ ਯਾਦ ਕਰਨਾ, ਤੇ ਲਾਰਡ ਕੈਨਿੰਗ ਉਸ ਟਾਈਮ ਸੀਗਾ ਵਾਇਸਰੋਏ। ਵਿਧਾਨ ਸਭਾ ਲਈ ਨਾਮਜ਼ਦ ਕੀਤਾ। ਐਕਟ ਦੇ ਜ਼ਰੀਏ ਭਾਰਤ ਦੇ ਲੋਕ ਪਹਿਲੀ ਵਾਰ ਬ੍ਰਿਟਿਸ਼ ਸ਼ਾਸਨ ਦੇ ਕਾਨੂੰਨ ਬਣਾਉਣ, ਆ ਦੇਖੋ ਜੀ। ਹੁਣ ਇਹ ਜਿਹੜਾ ਐਕਟ ਬਣਿਆ ਸੀ ਇਹਦੇ ਵਿੱਚ ਇਹੀ ਪੁਆਇੰਟ ਇੰਪੋਰਟੈਂਟ ਬਣਦਾ ਵਾ ਕਿ ਜਿਹੜੇ ਬ੍ਰਿਟਿਸ਼ ਸ਼ਾਸਨ ਦੇ ਜਿਵੇਂ ਕਾਨੂੰਨ ਬਣਦੇ ਸੀ ਨਾ, ਲੈਜਿਸਲੇਟਿਵ ਦੇ ਵਿੱਚ ਜੋ ਕਾਨੂੰਨ ਬਣਦੇ ਸੀ ਉਹਦੇ ਵਿੱਚ ਇਹ ਬੰਦੇ ਆਪਣੇ ਭਾਰਤੀ ਪਹਿਲੀ ਵਾਰ ਭਾਰਤੀਆਂ ਨੂੰ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ। ਅੱਗੇ ਚੱਲਦੇ ਹਾਂ ਜੀ ਆਪਾਂ। ਹੁਣ ਜੀ 1892 ਦਾ ਭਾਰਤੀ ਕੌਂਸਲ ਐਕਟ ਆਇਆ ਸਾਡੇ ਕੋਲੇ। ਇਹਦੇ ਵਿੱਚ ਕੀ ਸੀ ਜੀ? ਇਹਦੇ ਵਿੱਚ ਉਹ ਕਹਿੰਦਾ ਜੀ ਸਿੱਧੇ ਚੋਣਾਂ ਰਾਹੀਂ ਪ੍ਰਤੀਨਿਧੀਆਂ ਨੂੰ ਕੁਝ ਸੀਮਾਵਾਂ ਦੇ ਨਾਲ ਸੂਬਾਈ ਕੌਂਸਲਾਂ ਵਿੱਚ ਸਵੀਕਾਰ ਕੀਤਾ ਗਿਆ, ਠੀਕ ਹੈ ਜੀ, ਇਨਡਾਇਰੈਕਟ ਇਲੈਕਸ਼ਨਸ। ਸੋ ਕੇਂਦਰੀ ਵਿਧਾਨ ਪਰਿਸ਼ਦ ਦਾ 12 ਤੋਂ 16 ਤੱਕ ਵਿਸਥਾਰ ਕੀਤਾ ਗਿਆ। ਸੋ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਬਣਦਾ, ਇਹਦੇ ਵਿੱਚ ਕੋਈ ਖਾਸ ਕੁਐਸਚਨ ਨਹੀਂ ਬਣਦਾ, ਬਟ ਤੁਹਾਡੀ ਇਨਫੋਰਮੇਸ਼ਨ ਲਈ ਮੈਂ ਇਹ ਐਡ ਕਰ ਦਿੱਤਾ ਹੋਇਆ ਵਾ। ਨੈਕਸਟ ਆਪਾਂ ਕਰਾਂਗੇ ਜੀ, ਆਹ ਬਹੁਤ ਇੰਪੋਰਟੈਂਟ ਹੈ, ਜੋ ਕਿ ਇੰਡੀਅਨ ਕੌਂਸਲ ਐਕਟ ਆ ਸਾਡਾ 1909 ਚ, ਜਿਹਨੂੰ ਕਿ ਮੋਰਲੇ ਮਿੰਟੋ ਸੁਧਾਰ ਰਿਫਾਰਮ ਵੀ ਕਹਿ ਦਿੰਦੇ ਆ। ਸੋ ਇਹਦੇ ਵਿੱਚ ਪਹਿਲਾ ਕੁਐਸਚਨ ਤਾਂ ਇਹੀ ਬਣਦਾ ਵਾ ਕਿ ਜਿਹੜਾ ਆਪਣਾ ਇਹਨਾਂ ਨੂੰ ਪੁੱਛ ਲੈਣਗੇ ਕਿ ਇੰਡੀਅਨ ਕੌਂਸਲ ਆਫ ਐਕਟ 1909 ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ? ਸੋ ਇਹਨੂੰ ਜਾਣਿਆ ਜਾਂਦਾ ਮੋਰਲੇ ਮਿੰਟੋ ਰਿਫਾਰਮ ਦੇ ਨਾਲ, ਕਿਉਂਕਿ ਉਸ ਟਾਈਮ ਦੇ ਉੱਤੇ ਜਾਂ ਮੋਰਲੇ ਮਿੰਟੋ ਜੋ ਸੀਗਾ, ਲਾਰਡ ਮਿੰਟੋ ਸੀਗਾ, ਉਹ ਉਸ ਟਾਈਮ ਦੇ ਉੱਤੇ ਵਾਇਸਰੋਏ ਸੀ। ਆਹ ਪੁਆਇੰਟ ਐਡ ਹੋ ਗਿਆ ਆਪਣਾ। ਸੋ ਮੋਰਲੇ ਜੋ ਸੀਗਾ, ਉਹ ਸੀਗਾ ਆਪਣਾ ਰਾਜ ਦਾ ਸਕੱਤਰ, ਜੋ ਕਿ ਸੈਕਟਰੀ ਆਫ ਸਟੇਟ ਸੀਗਾ। ਸੋ ਪਹਿਲੀ ਵਾਰ ਵਾਇਸਰੋਏ ਦੀ ਕਾਰਜਕਾਰੀ ਕੌਂਸਲ ਵਿੱਚ ਭਾਰਤੀ ਬੰਦੇ ਨੂੰ ਐਡ ਕੀਤਾ ਗਿਆ। ਲਓ ਜੀ, 1909 ਦੇ ਵਿੱਚ ਪਹਿਲੀ ਵਾਰ ਆਪਣਾ ਭਾਰਤੀ ਬੰਦੇ ਨੂੰ ਕਾਰਜਕਾਰੀ ਕੌਂਸਲ ਦੇ ਵਿੱਚ ਐਡ ਕੀਤਾ ਇਹਨਾਂ ਨੇ, ਐਗਜ਼ੀਕਿਊਟਿਵ ਕੌਂਸਲ ਦੇ ਵਿੱਚ ਐਡ ਕਰਤਾ ਜਾਣੀ ਇਹਨਾਂ ਨੇ। ਸੋ ਇਹਦੇ ਵਿੱਚ ਕੌਣ ਸੀਗਾ ਜੀ? ਵਾਇਸਰੋਏ ਕਾਰਜਕਾਰੀ ਕੌਂਸਲ ਵਿੱਚ ਸ਼ਾਮਿਲ ਹੋਣ ਵਾਲਾ, ਜਿਹੜੀ ਵਾਇਸਰੋਏ ਦੀ ਜਿਹੜੀ ਕਾਰਜਕਾਰੀ ਕੌਂਸਲ ਸੀ ਉਹਦੇ ਵਿੱਚ ਕੌਣ ਸ਼ਾਮਿਲ ਹੋਏ ਸੀ? ਸਤਿੰਦਰ ਪ੍ਰਸਾਦ ਸਿਨਹਾ ਪਹਿਲੇ ਭਾਰਤੀ ਸੀਗੇ। ਇਹ ਵੀ ਨਾਮ ਤੁਸੀਂ ਯਾਦ ਕਰਨਾ, ਇਹ ਵੀ ਪੇਪਰ ਦੇ ਵਿੱਚ ਆਉਂਦਾ ਹੈ। ਸੋ ਕੇਂਦਰੀ ਅਤੇ ਅਸਥਾਈ ਵਿਧਾਨ ਸਭਾਵਾਂ ਦਾ ਵਿਸਥਾਰ ਹੋਇਆ। ਕੇਂਦਰੀ 16 ਤੋਂ 60 ਮੈਂਬਰ ਹੋ ਗਈ, ਠੀਕ ਹੈ, ਜੋ ਪਹਿਲਾਂ ਇਹਨਾਂ ਦੀ 16 ਸੀਗੀਆਂ ਹੁਣ ਸੀਗੀਆਂ 60 ਹੋ ਗਏ ਇਹਨਾਂ ਦੀ। ਅੱਗੇ ਕਰਾਂਗੇ ਆਪਾਂ। ਕੌਂਸਲ ਵਿੱਚ ਭਾਰਤੀਆਂ ਨੂੰ ਆਰਥਿਕ ਮਾਮਲਿਆਂ ਤੇ ਕੁਝ ਵੋਟਿੰਗ ਅਧਿਕਾਰ ਵੀ ਦਿੱਤੇ। ਲਓ ਜੀ, ਵੋਟਿੰਗ ਅਧਿਕਾਰ ਦਿੱਤੇ ਕਿ ਆਰਥਿਕ ਮਾਮਲਿਆਂ ਦੇ ਉੱਤੇ ਵੀ ਤੁਸੀਂ ਚਰਚਾ ਕਰ ਸਕਦੇ ਹੋ ਤੇ ਵੋਟਿੰਗ ਅਧਿਕਾਰਾਂ ਤੇ ਵੀ ਤੁਸੀਂ ਚਰਚਾ ਕਰ ਸਕਦੇ ਹੋ ਕਿ ਕਿਹੜੇ-ਕਿਹੜੇ ਵੋਟਿੰਗ ਅਧਿਕਾਰ ਹੋਣੇ ਚਾਹੀਦੇ ਨੇ, ਠੀਕ ਹੈ, 1909 ਐਕਟ ਦੇ। ਹੁਣ ਅੱਗੇ ਵੱਖਰੇ ਇਲੈਕਟੋਰਲ ਸੈਪਰੇਟ ਇਲੈਕਟੋਰੇਟ ਲੈ ਕੇ ਆਏ ਸੀਗੇ ਇਹ ਆਪਣੇ ਦੇ ਤਹਿਤ ਮੁਸਲਮਾਨਾਂ ਨੂੰ ਸਿਰਫ ਮੁਸਲਮਾਨ ਵੋਟਰਾਂ ਦੁਆਰਾ ਹੀ ਚੁਣਿਆ ਗਿਆ। ਸੋ ਇਹਨਾਂ ਨੇ ਵੱਖਵਾਦ ਜੋ ਸੈਪਰੇਸ਼ਨ ਦਾ ਬੀਜ ਸੀਗਾ ਨਾ, ਉਹ ਇਹਦੇ ਵਿੱਚ ਬੀਜਤਾ ਸੀ ਇਹਨਾਂ ਨੇ। ਸੋ 1909 ਚ ਇਸ ਐਕਟ ਨੂੰ ਫਿਰਕਾ ਪ੍ਰਸਤੀ, ਜੋ ਕਿ ਕਮਿਊਨਲਿਜ਼ਮ ਨੂੰ ਕਾਨੂੰਨੀ ਰੂਪ ਦਿੱਤਾ ਇਹਨਾਂ ਨੇ ਚੱਕ ਕੇ, ਠੀਕ ਹੈ ਜੀ, 1909 ਐਕਟ ਦੇ। ਹੁਣ ਦੇਖੋ ਜੀ, ਮਿੰਟੋ ਨੂੰ ਕਹਿੰਦੇ ਆ, ਇਹਦੇ ਵਿੱਚ ਮਿੰਟੋ ਨੂੰ, ਲਾਰਡ ਮਿੰਟੋ ਨੂੰ ਆਪਾਂ ਕਮਿਊਨਲ
ਇਲੈਕਟ੍ਰੋਏਟ ਦਾ ਪਿਤਾਮਾ ਕਹਿੰਦੇ ਆ। ਠੀਕ ਹੈ ਜੀ, ਆਪਾਂ ਅੱਗੇ ਕਰਾਂਗੇ। ਆਪਾਂ ਹੁਣ ਆ ਗਿਆ ਸਾਡੇ ਕੋਲੇ, ਨੈਕਸਟ ਆ ਗਿਆ ਸਾਡੇ ਕੋਲੇ, ਇਹ ਬਹੁਤ ਇੰਪੋਰਟੈਂਟ ਐਕਟ ਆ। ਇਹਦੇ ਵਿੱਚੋਂ ਵੀ ਕੁਐਸਚਨ ਸੇਮ ਟੂ ਸੇਮ ਉੱਦਾਂ ਹੀ ਪੁੱਛਿਆ ਜਾਂਦਾ ਕਿ ਗਵਰਨਮੈਂਟ ਆਫ ਇੰਡੀਆ ਐਕਟ 1909 ਨੂੰ ਹੋਰ ਕਿਹੜੇ ਨਾਮ ਦੇ ਨਾਲ ਜਾਣਿਆ ਜਾਂਦਾ? ਮੌਂਟੇਗ ਚੈਮਸਫੋਰਡ ਐਕਟ। ਠੀਕ ਹੈ ਜੀ, ਮੌਂਟੇਗ ਚੈਮਸਫੋਰਡ ਐਕਟ ਦੇ ਨਾਲ ਜਾਣਿਆ ਜਾਂਦਾ, ਕਿਉਂਕਿ ਉਸ ਟਾਈਮ ਦੇ ਉੱਤੇ ਚੈਮਸਫੋਰਡ ਜੋ ਸੀਗਾ ਆਪਣਾ, ਉਹ ਸੀਗਾ ਆਪਣਾ ਵਾਇਸਰਾਏ। ਜਿਹੜਾ ਮੌਂਟੇਗ ਸੀਗਾ ਉਹ ਆਪਣਾ ਸੀਗਾ ਜੀ ਰਾਜ ਦਾ ਸਕੱਤਰ, ਸੋ ਜੋ ਕਿ ਰਿਸਪੌਂਸੀਬਲ ਗੌਰਮੈਂਟ ਸੀਗੀ। ਸੋ ਕੇਂਦਰ ਵਿੱਚ 2 ਵਿਧਾਨਵਾਦ ਪੇਸ਼ ਕੀਤਾ, ਬਾਇਕੈਮਰਲਿਜ਼ਮ ਇੰਟਰੋਡਿਊਸ ਕੀਤਾ ਗਿਆ ਸੈਂਟਰ ਲੈਵਲ ਤੇ। ਠੀਕ ਹੈ ਜੀ, ਸੋ ਅੱਗੇ ਆਪਾਂ ਚੱਲਾਂਗੇ। ਆਪਣਾ ਕੁਐਸਚਨ ਆ ਬਾਇਕੈਮਰਲਿਜ਼ਮ ਕਦੋਂ ਆਪਣਾ ਇੰਟਰੋਡਿਊਸ ਕੀਤਾ ਸੈਂਟਰ ਲੈਵਲ ਤੇ? 1919 ਐਕਟ ਦੇ। ਸੋ ਰਾਜ ਦੀਆਂ 2 ਸਦਨਾਂ ਦੇ ਬਣਾਤੀਆਂ ਇਹਨਾਂ ਨੇ, ਅਪਰ ਹਾਊਸ ਜਿਹਦੇ ਵਿੱਚ ਕਿ ਕਾਉਂਸਲ ਆਫ ਸਟੇਟ ਹੋ ਗਈ, ਠੀਕ ਹੈ, ਹੇਠਲਾ ਸਦਨ ਕੇਂਦਰੀ ਵਿਧਾਨ ਸਭਾ ਜਿਹਨੂੰ ਕਿ ਲੋਅਰ ਹਾਊਸ ਕਹਿ ਦਿੰਦੇ ਆ, ਸੈਂਟਰਲ ਲੈਜਿਸਲੇਟਿਵ ਅਸੈਂਬਲੀ ਬਣਾਤੀ। ਹੁਣ ਡਾਇਰੈਕੀ ਸਿਸਟਮ ਇਹਨਾਂ ਨੇ ਇੰਟਰੋਡਿਊਸ ਕਰਦਾ, ਜਿਹਨੂੰ ਕਿ ਦੋਹਰੀ ਸਰਕਾਰ ਵੀ ਕਹਿ ਦਿੰਦੇ ਆ ਆਪਾਂ। ਪ੍ਰਾਂਤਾਂ ਵਿੱਚ ਡਾਇਰੈਕੀ ਦੀ ਸ਼ੁਰੂਆਤ ਹੋਈ। ਠੀਕ ਹੈ ਜੀ, ਕੁਝ ਪ੍ਰਾਂਤਾਂ 'ਚ, ਠੀਕ ਹੈ ਜੀ, ਸੂਬਿਆਂ 'ਚ, ਜਿਹੜੇ ਆਪਣੇ ਸੂਬੇ ਸੀ ਉਹਦੇ ਵਿੱਚ, ਨਾਟ ਸੈਂਟਰ ਲੈਵਲ ਤੇ ਜੋ ਹੋਈ ਸੀ ਉਹ ਹੋਈ ਸੀ 1935 ਦੇ ਵਿੱਚ ਜਾ ਕੇ, ਬਟ ਇਹ 1919 ਦੇ ਵਿੱਚ ਜਿਹੜੀ ਹੋਈ ਸੀ ਇਹ ਸੂਬਿਆਂ 'ਚ ਹੋਈ। ਕੁਝ ਵਿਭਾਗ ਭਾਰਤੀਆਂ ਨੂੰ ਦਿੱਤੇ ਗਏ ਸਨ, ਕੁਝ ਨੂੰ ਰਾਜਪਾਲ ਕੋਲ ਰੱਖਿਆ ਗਿਆ। ਠੀਕ ਹੈ ਜੀ, ਸੋ ਇਹ ਵੀ ਇੰਪੋਰਟੈਂਟ ਬਣਦਾ ਵਾ। ਚੋਣਾਂ ਦਾ ਸੰਕਲਪ ਪੇਸ਼ ਕੀਤਾ ਵਾ, ਇਲੈਕਸ਼ਨ ਇੰਟਰੋਡਿਊਸ ਕੀਤੇ, ਸੀਮਤ ਫਰੈਂਚਾਈਜ਼ੀ ਇੰਟਰੋਡਿਊਸ ਕੀਤੀ ਇਹਨਾਂ ਨੇ। ਸੋ ਸਿਰਫ ਜ਼ਿਮੀਂਦਾਰ, ਹੁਣ ਇਹਦੇ ਵਿੱਚ ਜੋ ਚੋਣਾਂ ਹੁੰਦੀਆਂ ਸੀ ਉਹਦੇ ਵਿੱਚ ਸਿਰਫ ਜ਼ਿਮੀਂਦਾਰ, ਟੈਕਸ ਪੇਜ਼ ਜਿਹੜੇ ਬੰਦੇ ਸੀ, ਅਫਸਰ ਸੀਗੇ, ਜਾਂ ਜੋ ਵੀ ਟਾਈਟਲ ਧਾਰਕ ਸੀਗੇ, ਠੀਕ ਆ, ਉਹਨਾਂ ਨੂੰ ਹੀ ਵੋਟ ਦਾ ਅਧਿਕਾਰ ਦਿੱਤਾ ਜਾਂਦਾ ਸੀ। ਹੋਰ ਕੋਈ ਆਮ ਨੋਰਮਲ ਬੰਦਾ, ਕੋਈ ਆਮ ਆਦਮੀ ਵੋਟਿੰਗ ਨਹੀਂ ਸੀ ਕਰ ਸਕਦਾ। ਇਹ ਐਕਟ ਸਿਵਲ ਸਰਵੈਂਟਸ ਦੀ ਭਰਤੀ ਲਈ ਲੋਕ ਸੇਵਾ ਕਮਿਸ਼ਨ ਦੀ ਸਥਾਪਨਾ ਕੀਤੀ। ਸੋ ਇਹ PSC ਆ ਨਾ, ਜੋ UPSC ਹੋ ਗਿਆ ਆਪਣਾ, ਸੋ ਇਹ ਇਸ ਐਕਟ ਦੇ ਅਧੀਨ ਬਣਿਆ ਸੀਗਾ। ਠੀਕ ਹੈ ਜੀ, ਉਦੋਂ ਤੋਂ ਸਟਾਰਟ ਹੋਇਆ ਹੈ, ਜਿਹਨੂੰ ਜੋ ਕਿ ਅੱਜ ਕੱਲ੍ਹ ਬੱਚੇ ਪੇਪਰ ਦਿੰਦੇ ਨੇ। ਠੀਕ ਹੈ ਜੀ, ਅੱਗੇ ਆ ਗਿਆ ਸਾਡੇ ਕੋਲੇ। ਹੁਣ ਇਹ ਦੇਖੋ ਜੀ, ਇਹਦੇ ਵਿੱਚ ਇੱਕ ਹੋਰ ਫਿਰਕੂ ਪ੍ਰਤੀਨਿਧਤਾ ਲਿਆਂਦੀ ਇਹਨਾਂ ਨੇ। ਹੁਣ ਇਹਦੇ ਵਿੱਚ ਦੇਖੋ, ਪਹਿਲਾਂ ਤਾਂ ਮੁਸਲਮਾਨਾਂ ਦੇ ਲਈ ਅਲੱਗ ਇਲੈਕਸ਼ਨ ਕੀਤੇ ਗਏ ਸੀ ਇਹਨਾਂ ਨੇ 1909 'ਚ। ਠੀਕ ਆ, ਸੋ ਇੱਥੇ ਇਹਨਾਂ ਨੇ ਚੱਕ ਕੇ 4 ਹੋਰ ਅਲੱਗ ਤੋਂ ਇਲੈਕਸ਼ਨ ਕੀਤੇ ਇਹਨਾਂ ਨੇ। ਸਿੱਖਾਂ ਦਾ, ਭਾਰਤੀ ਈਸਾਈ ਜਿਹੜੇ ਸੀ ਉਹਨਾਂ ਦਾ, ਯੂਰਪੀਅਨ ਸੀਗੇ ਤੇ ਐਂਗੋਲਿਨ ਨੇ। ਠੀਕ ਹੈ ਜੀ, ਸੋ ਇਹ ਵੀ ਇੰਪੋਰਟੈਂਟ ਬਣਦਾ ਵਾ। ਸੋ ਇਦਾਂ ਦਾ ਕੁਐਸਚਨ ਵੀ ਬਣ ਸਕਦਾ ਹੈ। ਅੱਗੇ ਆਪਾਂ ਕਰਾਂਗੇ ਜੀ, ਆਖਰੀ ਐਕਟ ਹੈ ਆਪਣਾ ਗਵਰਨਮੈਂਟ ਆਫ ਇੰਡੀਆ ਐਕਟ 1935। ਠੀਕ ਹੈ ਜੀ, ਇਹ ਜੋ ਕਿ ਮੈਂ ਤੁਹਾਨੂੰ ਦੱਸਿਆ ਕਿ 60 ਤੋਂ 70% ਸਾਡਾ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਆ, ਭਾਰਤੀ ਸੰਵਿਧਾਨ ਆ, ਉਹ ਇਹਦੇ ਤੋਂ ਹੀ ਬਣਿਆ ਹੋਇਆ ਵਾ। ਸੋ ਇਹਦੇ ਵਿੱਚ ਆਪਾਂ ਪੜਾਂਗੇ। ਹੁਣ ਇਹਦੇ ਵਿੱਚ ਕਹਿੰਦਾ ਸੂਬਾਈ ਤਹਿਜ਼ੀਬ ਦਾ ਖਾਤਮਾ ਕੀਤਾ, ਜੋ ਕਿ ਮੈਂ ਤੁਹਾਨੂੰ ਕਿਹਾ ਸੀਗਾ ਡਾਇਰੈਕੀ ਇੰਟਰੋਡਿਊਸ ਕੀਤਾ ਸੀ ਪ੍ਰੋਵਿਜ਼ਨਲ ਲੈਵਲ ਦੇ ਉੱਤੇ। ਹੁਣ ਇਹਨੂੰ ਕੇਂਦਰ ਦੇ ਉੱਤੇ ਕਰਤਾ, ਅਬੋਲਿਸ਼ ਕਰਤਾ ਇਹਨਾਂ ਨੇ ਉੱਥੇ ਸੂਬੇ ਲੈਵਲ ਦੇ ਉੱਤੇ ਅਬੋਲਿਸ਼ ਕਰਕੇ ਇਹਨਾਂ ਨੇ ਡਾਇਰੈਕੀ ਨੂੰ ਸੈਂਟਰ ਲੈਵਲ ਦੇ ਉੱਤੇ ਇੰਟਰੋਡਿਊਸ ਕਰਤਾ 1935 'ਚ। ਅਗਰ ਆਪਾਂ ਨੂੰ ਕੁਐਸਚਨ ਆਵੇ ਕਿ ਸੈਂਟਰ ਲੈਵਲ ਤੇ ਕਦੋਂ ਕੀਤਾ ਸੀ? 1935 'ਚ। ਪ੍ਰੋਵਿਜ਼ਨਲ ਲੈਵਲ ਤੇ, ਸੂਬਾਈ ਲੈਵਲ ਤੇ ਕਦੋਂ ਕੀਤਾ ਸੀ? 1919 'ਚ। ਠੀਕ ਹੈ ਜੀ, ਅੱਗੇ ਆ ਗਿਆ ਆਪਣੇ ਕੋਲੇ ਨੈਕਸਟ, ਬ੍ਰਿਟਿਸ਼ ਭਾਰਤ ਦੇ ਖੇਤਰਾਂ ਅਤੇ ਰਿਆਸਤਾਂ ਦੇ ਨਾਲ ਇੱਕ ਆਲ ਇੰਡੀਆ ਫੈਡਰੇਸ਼ਨ ਲਈ ਵਿਵਸਥਾ ਕੀਤੀ ਇਹਨੇ। ਸੂਬਾਈ ਜਿਹੜੀ ਖੁਦ ਮੁਖਤਿਆਰੀ ਦੀ ਮੰਗ ਵਧਣ ਲੱਗ ਗਈ ਇਹਦੇ ਨਾਲ। ਪਹਿਲੀ ਵਾਰ ਸਿੱਧੀਆਂ ਚੋਣਾਂ ਹੋਈਆਂ, ਲਓ ਜੀ, ਸਿੱਧੀਆਂ ਚੋਣਾਂ ਹੋਈਆਂ 1937 'ਚ। ਸੋ ਫਿਰਕੂ ਵੋਟਰਾਂ ਨੂੰ ਬਰਕਰਾਰ ਰੱਖਿਆ, ਜੋ ਕਿ ਆਪਣੇ ਫਿਰਕਾਵਾਦ ਦੇ ਵਿੱਚ ਜਾਣੀ ਕਿ ਕਮਿਊਨਲ ਇਲੈਕਟ੍ਰੋਰੇਟ ਹੁੰਦਾ ਸੀ ਨਾ, ਸੋ ਉਹਨੂੰ ਬਰਕਰਾਰ ਰੱਖਿਆ ਸੀ ਇਹਨਾਂ ਨੇ, ਜੋ ਕਿ ਮੁਸਲਮਾਨਾਂ ਨੂੰ ਵੋਟ ਪਾ ਸਕਦਾ, ਸਿੱਖਾਂ ਨੂੰ ਪਾ ਸਕਦਾ, ਉਹ ਬਰਕਰਾਰ ਸੀਗਾ। ਵਰਮਾ ਨੂੰ ਭਾਰਤ ਤੋਂ ਅਲੱਗ ਕਰਤਾ ਇਹਨਾਂ ਨੇ। ਗਵਰਨਮੈਂਟ ਆਫ ਇੰਡੀਆ ਐਕਟ ਨੂੰ ਕਿਹੜੀਆਂ ਸੂਚੀਆਂ 'ਚ ਵੰਡਿਆ ਸੀ? ਪਹਿਲਾਂ ਇੱਕ ਫੈਡਰਲ ਲਿਸਟ ਸੀਗੀ, ਇੱਕ ਪ੍ਰੋਵਿਜ਼ਨਲ ਲਿਸਟ ਸੀਗੀ, ਇੱਕ ਸੀਗੀ ਕਨਕਰੈਂਟ ਲਿਸਟ। ਅੱਗੇ ਚੱਲਾਂਗੇ ਆਪਾਂ। ਆਹ ਸੂਬਾਈ ਸੀ, ਆਹ ਸੰਘੀ ਸੀ, ਸਮਕਾਲੀ ਸੂਚੀ ਸੀ। ਸੋ ਨੈਕਸਟ ਆਪਣੇ ਕੋਲ ਆ ਗਿਆ ਜੀ ਐਸਟੈਬਲਿਸ਼ਮੈਂਟ। ਹੁਣ ਇਹਦੇ ਵਿੱਚ ਹੁੰਦਾ ਵਾ ਕਿ ਇਸ ਐਕਟ ਦੇ ਅਧੀਨ ਇੱਕ ਨਾ RBI ਦੀ ਸਥਾਪਨਾ ਕੀਤੀ ਸੀ 1934 ਐਕਟ ਦੇ ਅਧੀਨ। ਸੋ 1935 ਸਾਲ ਵਿੱਚ RBI ਦੀ ਸਥਾਪਨਾ ਹੋਈ। ਹਿਲਟਨ ਯੰਗ ਕਮਿਸ਼ਨ ਸੀਗਾ ਜਿਹਨੇ ਕਿ ਸਿਫਾਰਿਸ਼ ਕੀਤੀ ਸੀ। ਪਹਿਲੇ ਗਵਰਨਰ ਕੌਣ ਸੀਗੇ ਜੀ ਉਸ ਟਾਈਮ ਦੇ ਉੱਤੇ? ਸਰ ਔਸਬੋਰਨ ਸਮਿਥ। ਇਹ ਵੀ ਯਾਦ ਕਰ ਲੈਣਾ ਤੁਸੀਂ। ਪਹਿਲੇ ਇੰਡੀਅਨ ਗਵਰਨਰ ਕੌਣ ਸੀਗੇ ਜੀ ਆਪਣੇ? ਸਰ CD ਦੇਸ਼ਮੁਖ, ਜੋ ਕਿ 1943 ਦੇ ਆਸ-ਪਾਸ ਬਣੇ ਸੀਗੇ। ਸੋ ਇਹ ਤੁਸੀਂ ਯਾਦ ਕਰਨਾ ਵਾ। ਇਹੀ ਕੁਐਸਚਨ ਬਣਦੇ ਆ ਅਗਰ ਇਹਦੇ ਵਿੱਚ ਜੋ ਪਹਿਲਾਂ ਵਾਲੇ ਦਾ, ਕਿਉਂਕਿ UPSC ਲੈਵਲ ਹੋ ਗਿਆ ਜਾਂ ਸਟੇਟ PCS ਦੇ ਵਿੱਚ, ਉਹਦੇ ਵਿੱਚ ਥੋੜ੍ਹੇ ਜਿਹੇ ਔਖੇ ਕੁਐਸਚਨ ਬਣ ਸਕਦੇ ਆ, ਬਟ ਜੋ ਮੈਂ ਤੁਹਾਨੂੰ ਇਹਦੇ ਵਿੱਚੋਂ ਕਰਵਾ ਲਿਆ, ਇਸ ਤੋਂ ਬਾਅਦ ਕੋਈ ਵੀ ਕੁਐਸਚਨ ਤੁਹਾਡਾ ਨਹੀਂ ਆਊਗਾ। ਹੁਣ ਆਪਣੀ ਇਹ ਕਲਾਸ ਤਾਂ ਖਤਮ ਹੋ ਗਈ ਹੈ, ਬਟ ਆਪਾਂ ਨਾ ਨੈਕਸਟ ਆਪਾਂ ਕਲਾਸ ਜਿਹੜੀ ਆਪਣੀ, ਇੱਕ ਤਾਂ ਇਹ ਕਲਾਸ ਹੋ ਗਈ ਹਿਸਟੋਰੀਕਲ ਬੈਕਗਰਾਊਂਡ ਦੀ ਕਲਾਸ ਹੋ ਗਈ, ਠੀਕ ਆ, ਇੱਕ ਆਪਣੀ ਜਿਹੜੀ ਕੌਨਸਟੀਟਿਊਸ਼ਨ ਦੀ ਆਪਾਂ ਸੰਵਿਧਾਨ ਦੀ ਕਲਾਸ ਲਾਈ ਆ। ਸੋ ਉਹਦੀ ਆਪਾਂ ਅਲੱਗ ਤੋਂ ਆਪਾਂ ਕੁਝ ਕੁਐਸਚਨ ਲੈ ਕੇ ਆਵਾਂਗੇ, 20 ਤੋਂ 30 ਕੁਐਸਚਨ ਲੈ ਕੇ ਆਵਾਂਗੇ ਜਿਹੜੇ ਕਿ ਮੋਸਟ ਇੰਪੋਰਟੈਂਟ ਬਣ ਸਕਦੇ ਨੇ ਇਹਦੇ ਵਿੱਚੋਂ। ਠੀਕ ਆ, ਸੋ ਉਹ ਆਪਾਂ MCQ ਕਰਾਂਗੇ, ਉਹਦੇ ਨਾਲ ਇੱਕ ਵਾਰ ਤੁਹਾਡੀ ਰਿਵੀਜ਼ਨ ਵੀ ਹੋ ਜਾਏਗੀ। ਸੋ ਉਹ 3 ਕਲਾਸਾਂ ਆਪਣੀਆਂ ਕੰਪਲੀਟ ਹੋ ਜਾਣਗੀਆਂ। ਸੋ ਉਸ ਤੋਂ ਬਾਅਦ ਨੈਕਸਟ ਵੀਕ ਤੋਂ ਆਪਣੀਆਂ ਜੋ ਇੱਕ ਕਲਾਸ ਮਾਡਰਨ ਹਿਸਟਰੀ ਦੀ ਹੋਇਆ ਕਰੇਗੀ, ਇੱਕ ਕਲਾਸ ਆਪਣੀ GK ਦੀ, ਪੰਜਾਬ GK ਦੀ ਹੋਇਆ ਕਰੇਗੀ, ਤੇ ਇੱਕ ਕਲਾਸ ਆਪਾਂ ਪੋਲਿਟੀ ਆਪਾਂ ਪੰਜਾਬੀ ਦੇ ਵਿੱਚ ਹੀ ਕਰਾਂਗੇ। ਇਹਦੇ ਵਿੱਚ ਵੀ ਮੈਂ ਕੁਝ ਚੀਜ਼ਾਂ ਇੰਗਲਿਸ਼ ਦੇ ਵਿੱਚ ਇਸ ਕਰਕੇ ਲਿਖੀਆਂ ਨੇ ਕਿਉਂਕਿ ਨਾ ਕੁਝ ਚੀਜ਼ਾਂ ਜੋ ਆਪਾਂ ਨੂੰ ਪੇਪਰ ਦੇ ਵਿੱਚ ਆਉਂਦਾ ਨਾ, ਉਹਦੇ ਵਿੱਚ ਇੰਗਲਿਸ਼ ਦੇ ਵਿੱਚ ਜ਼ਿਆਦਾ
ਜ਼ਿਆਦਾ ਵਧੀਆ ਤਰੀਕੇ ਨਾਲ ਸਮਝ ਆਉਂਦੀ ਆ। ਸੋ ਪੰਜਾਬੀ ਵੀ ਜ਼ਰੂਰੀ ਆ, ਬਟ ਇੰਗਲਿਸ਼ ਦੇ ਵਿੱਚ ਆਪਾਂ ਥੋੜ੍ਹਾ ਬਹੁਤ ਆਪਾਂ ਇੰਗਲਿਸ਼ ਨੂੰ ਵੀ ਨਾਲ ਲੈ ਕੇ ਚੱਲਾਂਗੇ, ਕਿਉਂਕਿ ਨਾਲ ਆਪਾਂ ਬਾਇਲੈਂਗੁਅਲ ਕਰ ਲਾਂਗੇ। ਉਹਦੇ ਨਾਲ ਤੁਹਾਨੂੰ ਇੱਦਾਂ ਵਾ ਕਿ ਪੇਪਰ ਦੇ ਵਿੱਚ ਸਮ ਟਾਈਮ ਨਾ ਉਹ ਅੱਖਰ ਜਿਵੇਂ ਔਖੇ ਲੱਗਦਾ, ਜਿੱਦਾਂ ਪ੍ਰੋਵੀਜ਼ਨਲ ਲਿਸਟ ਹੋ ਗਈ, ਫੈਡਰਲ ਲਿਸਟ, ਸੰਘੀ ਸੂਚੀ ਤੁਹਾਨੂੰ ਔਖੀ ਲੱਗੇਗੀ, ਬਟ ਜੇ ਤੁਸੀਂ ਫੈਡਰਲ ਵਰਡ ਪੜ੍ਹੋਗੇ ਫਿਰ ਤੁਹਾਨੂੰ ਇਹ ਸੌਖਾ ਲੱਗੂਗਾ। ਸੋ ਇਹਦੇ ਲਈ ਮੈਂ ਇਸੇ ਕਰਕੇ ਨਾਲ ਥੋੜ੍ਹਾ ਕਰਕੇ ਇੰਗਲਿਸ਼ ਵੀ ਐਡ ਕਰਾਂਗਾ। ਸੋ ਬਟ ਆਪਾਂ ਮੇਨ ਆਪਾਂ ਪੰਜਾਬੀ 'ਤੇ ਫੋਕਸ ਕਰਨਾ ਆਪਾਂ ਪੰਜਾਬੀ ਦੇ ਵਿੱਚ ਹੀ ਆ। ਸੋ ਤੁਸੀਂ ਚੈਨਲ ਦੇ ਨਾਲ ਬਣੇ ਰਹਿਣਾ। ਸੋ ਅਗਲੀ ਕਲਾਸ ਆਪਾਂ ਲੈ ਕੇ ਆਵਾਂਗੇ। ਸੋ ਆਪਣੇ ਚੈਨਲ ਨੂੰ ਨਾ ਲਾਈਕ ਜ਼ਰੂਰ ਕਰਿਓ ਤੁਸੀਂ ਅਤੇ ਸਬਸਕ੍ਰਾਈਬ ਕਰਿਓ, ਠੀਕ ਹੈ ਜੀ। ਸੋ ਆਪਣੇ ਇਹ ਚੈਨਲ ਨੂੰ ਤੁਸੀਂ ਸਪੋਰਟ ਕਰਨੀ ਆ ਪੂਰੀ, ਸੋ ਤਾਂ ਕਿ ਆਪਾਂ ਜੋ ਅੱਗੇ ਵੀ ਤੁਹਾਡੇ ਲਈ ਬਹੁਤ ਹੀ ਵਧੀਆ ਆਪਾਂ ਕਲਾਸਿਸ ਲੈ ਕੇ ਆਵਾਂਗੇ। ਸੋ ਮੈਂ ਤੁਹਾਨੂੰ ਗਰੰਟੀ ਦੇਵਾਂਗਾ ਕਿ ਕੋਈ ਵੀ ਕੁਐਸਚਨ ਤੁਹਾਡਾ ਜੋ ਆਪਣੇ ਪੰਜਾਬ ਐਗਜ਼ਾਮ ਹੁੰਦੇ ਨੇ, ਕਿਸੇ ਵੀ ਐਗਜ਼ਾਮ ਦੇ ਵਿੱਚ ਜਾਂਦੇ ਹੋ ਤੁਸੀਂ, ਜੀਕੇ ਸੇਮ ਹੀ ਰਹਿੰਦੀ ਹੁੰਦੀ ਹੈ। ਸੋ ਕਿਸੇ ਵੀ ਐਗਜ਼ਾਮ ਦੇ ਵਿੱਚ ਜਾ ਕੇ ਤੁਸੀਂ ਬੈਠੋਗੇ, ਤੁਹਾਨੂੰ ਆਪਣੀ ਕਲਾਸਿਸ ਦੇ ਵਿੱਚੋਂ ਕੁਐਸਚਨ ਦੇਖਣ ਨੂੰ ਮਿਲਣਗੇ। ਸੋ ਆਲਮੋਸਟ ਸਾਰੇ ਕੁਐਸਚਨ ਤੁਹਾਨੂੰ ਆਪਣੇ ਇਹਦੇ ਵਿੱਚੋਂ ਮਿਲਣਗੇ। ਸੋ ਆਪਾਂ ਇਹ 3 ਸਬਜੈਕਟ ਪਹਿਲਾਂ ਬਹੁਤ ਹੀ ਚੰਗੀ ਤਰ੍ਹਾਂ ਨਾਲ ਕਰਾਂਗੇ, ਉਸ ਤੋਂ ਬਾਅਦ ਆਪਾਂ MCQ ਸਾਰੇ ਕਰਾਂਗੇ, ਨਾਲ ਵੀ ਆਪਾਂ MCQ ਕਰਾਂਗੇ। ਜਿੱਦਾਂ 2 ਕਲਾਸਿਸ ਲਾ ਲਈਆਂ, ਹੁਣ 2 ਕਲਾਸਿਸ ਤੋਂ ਬਾਅਦ ਉਹਨਾਂ ਦੋਨਾਂ ਦੇ MCQ ਹੋ ਜਾਣਗੇ। ਸੋ ਉਹਦੇ ਨਾਲ ਤੁਹਾਡੇ ਤੇ ਵੀ ਕੋਈ ਜ਼ਿਆਦਾ ਬੋਝ ਨਹੀਂ ਪਏਗਾ। ਸੋ ਕੰਟੈਂਟ ਵੀ ਵਧੀਆ ਤਰੀਕੇ ਨਾਲ ਤਿਆਰ ਹੁੰਦਾ ਹੈ, ਚਾਹੇ ਥੋੜ੍ਹਾ ਕੰਟੈਂਟ ਤਿਆਰ ਕਰਦੇ ਹਾਂ ਜਦੋਂ ਆਪਾਂ, ਉਹ ਵਧੀਆ ਤਰੀਕੇ ਨਾਲ ਤਿਆਰ ਹੁੰਦਾ ਹੈ। ਸੋ ਤੁਸੀਂ ਆਪਣੇ ਚੈਨਲ ਨੂੰ ਸਪੋਰਟ ਕਰਨੀ ਆ। ਸੋ ਧੰਨਵਾਦ, ਥੈਂਕ ਯੂ ਵੈਰੀ ਮੱਚ।